ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਕਨਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਕਨਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ। ਕਨਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਕਨਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸਹਿ। ਗੁਰ ਅਮਰਦਾਸ ਪਰਸੀਐ ਸਿਧ ਸਾਧਿਕ ਆਸਾਸਹਿ। ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, जिनके भाग बड़े हैं पाई तिन साधु संग मुख जुरे। आप जी वडभागे हो जो श्री गुरु ग्रंथ साहिब जी महाराज सच्चे पातशाह जी दी पावन पवित्र हजूरी सुभायमान होके अमृतमयी गुरु की बाणी का कीर्तन सरवण कर रहे सी। भले अमरदास गुण तेरे तेरी उपमा तोए बन आवे। अज गुरु साहिब जी की किरपा नाल आपां सारे संसार भर दे अंदर जिथे जिथे भी गुरु नानक नाम लेवा गुरु कीआं संगतां सुभायमान हन, वो सतगुरु अमरदास सच्चे पातशाह जी का पावन पवित्र प्रकाश पुरब मना रही हैं। गुरु अमरदास की अकथ कथा है, एक जिही कश कही न जाई। गुरु अमरदास साहिब जी महाराज की ऐसी अकथ कथा एक जीभ नाल कोई कह नहीं सकता। जे लखां जीभां हो जाण तां भी नहीं कह सकता। एक दू जीभो लख होवे लख होवे लख बीस लख लख गेड़ा आखी है एक नाम जगदीश। कहते एक जीभ तो लख जीभा हो जाण ते उथों 20 लख बन जाण। जिन्ने शरीर दे रोम हन ये सारे जीभ बन जाण। फिर भी महाराज परमेश्वर अकाल पुरख वाहिगुरू जी दे नामां दा परमेश्वर दे स्वरूप दा कोई अंत नहीं पा सकता। इस करके गुरु ग्रंथ साहिब जी अंदर पावन बाणी भट्टां दे सवैयां विच ये पंक्ति आई है, गुरु अमरदास की अकथ कथा है। गुरु अमरदास साहिब जी महाराज सच्चे पातशाह जी की कथा बड़ी आश्चर्य है। आप जी ने अपने पूज गुरुदेव गुरु अंगद देव साहिब जी की 12 साल सेवा की है और सेवा भी ऐसी सी जिहदे बारे आप अपनी बाणी च लिखते ने। गुर पीरां की चाकरी महाकरणी
ਸੁਖ ਸਾਰ। ਗੁਰੂਆਂ ਦੀ, ਪੀਰਾਂ ਦੀ, ਸੰਤਾਂ, ਮਹਾਂਪੁਰਸ਼ਾਂ ਦੀ ਸੇਵਾ ਸੌਖੀ ਨਹੀਂ ਹੁੰਦੀ। ਇਹ ਕਹਿੰਦੇ ਬੜੀ ਔਖੀ, ਕਰੜੀ, ਗਾਖੜੀ ਕਾਰ ਹੁੰਦੀ ਹੈ, ਤੇ ਪਰ ਦਿੰਦੀ ਸੁੱਖ ਹੈ। ਕਹਿੰਦੇ ਹੁੰਦੀ ਕਰੜੀ ਹੈ ਪਰ ਦਿੰਦੀ ਸੁੱਖ ਹੈ। ਸੰਸਾਰ ਦੇ ਵਿੱਚ ਕੋਈ ਵੀ ਔਖਾ ਕੰਮ ਕਰਨਾ ਹੋਵੇ ਆਪਾਂ ਟਾਲਾ ਕਰ ਜਾਂਦੇ ਹਾਂ। ਕੋਈ ਨੌਕਰੀ ਐਸੀ ਹੋਵੇ ਜਿੱਥੇ ਜ਼ਿਆਦਾ ਮਿਹਨਤ ਹੋਵੇ, ਘੱਟ ਪੈਸੇ ਮਿਲਦੇ ਹੋਣ, ਅਸੀਂ ਕਹਿੰਦੇ ਹਾਂ ਛੱਡੋ ਇਹ ਨੌਕਰੀ 'ਚ ਕੋਈ ਫਾਇਦਾ ਨਹੀਂ। ਪਰ ਕਹਿੰਦੇ ਗੁਰੂਆਂ ਦੀ ਸੇਵਾ, ਗੁਰੂਆਂ ਦੀ ਘਾਲਣਾ ਹੁੰਦੀ ਤਾਂ ਔਖੀ, ਕਰੜੀ ਹੈ, ਮਿਹਨਤ ਬੜੀ ਹੁੰਦੀ ਹੈ, ਪਰ ਦਿੰਦੀ ਸੁੱਖ ਹੈ। ਦੁਨਿਆਵੀ ਕੰਮ ਕੋਈ ਵੀ ਔਖਾ ਹੋਵੇ ਉਹ ਸੁੱਖ ਤਾਂ ਨਹੀਂ ਦਿੰਦਾ, ਔਖਾ ਕੰਮ ਤੇ ਔਖਾ ਹੀ ਕਰਦਾ ਹੈ। ਪਰ ਗੁਰੂ ਕੀ ਸੇਵਾ ਹੈ ਔਖੀ, ਦਿੰਦੀ ਹੈ ਸੁੱਖ। ਕਹਿੰਦੇ ਮਹਾਂ ਕਰੜੀ ਸੁਖ ਸਾਰ। ਹੈ ਕਰੜੀ ਪਰ ਸੁੱਖਾਂ ਦਾ ਨਿਚੋੜ ਕੱਢ ਕੇ ਰੱਖ ਦਿੰਦੀ ਹੈ, ਅਸਲ ਸੁੱਖ ਦਿੰਦੀ ਹੈ। ਉਹ ਸੁੱਖ ਕਿਹੜਾ ਹੈ? ਆਤਮਾ ਦਾ ਸੁੱਖ। ਜਿਹੜੇ ਦੁਨਿਆਵੀ ਕੰਮ ਨੇ, ਪੈਸਾ ਟਕਾ ਕਮਾਉਣ ਦੇ ਸਾਧਨ ਨੇ, ਖੇਤੀਬਾੜੀ ਹੈ, ਬਿਜ਼ਨਸ ਹੈ, ਨੌਕਰੀ ਹੈ, ਇਹ ਜਿਹੜੇ ਸਾਧਨ ਨੇ, ਪੈਸਾ ਅਸੀਂ ਕਮਾ ਕੇ ਲਿਆਉਂਦੇ ਹਾਂ, ਸਰੀਰ ਨੂੰ ਸੁੱਖ ਦਿੰਦੇ ਹੈ। ਵਧੀਆ ਮਕਾਨ ਵਿੱਚ ਰਹਿ ਲਵਾਂਗੇ, ਵਧੀਆ ਮਹਿੰਗਾ ਕੱਪੜਾ ਪਾ ਲਵਾਂਗੇ, ਚੰਗੀ ਮਹਿੰਗੀ ਗੱਡੀ ਕਾਰ 'ਚ ਘੁੰਮ ਲਵਾਂਗੇ, ਪਰ ਮਨ ਨੂੰ ਸ਼ਾਂਤੀ ਨਹੀਂ ਆਉਣੀ, ਮਨ ਨੂੰ ਸੁੱਖ ਨਹੀਂ ਮਿਲਣਾ। ਮਨ ਨੂੰ ਸੁੱਖ ਉਦੋਂ ਹੀ ਮਿਲਣਾ ਹੈ ਜਦੋਂ ਗੁਰੂ ਦੀ ਕਾਰ ਕਮਾਵਾਂਗੇ। ਜਿਨ੍ਹਾਂ ਨੇ ਗੁਰੂ ਦੀ ਕਾਰ ਕਮਾਈ ਹੈ ਉਹ ਧਨ ਹੋ ਗਏ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ 12 ਸਾਲ ਸੇਵਾ ਖੜੇ ਪੈਰ, ਨਾ ਦਿਨੇ ਆਰਾਮ ਕੀਤਾ ਨਾ ਰਾਤੀ ਆਰਾਮ ਕੀਤਾ। ਲਗਭਗ ਅੱਧੀ ਕੁ ਰਾਤ ਦਾ ਸਮਾਂ ਹੁੰਦਾ ਸੀ ਜਦੋਂ ਗਾਗਰ ਲੈ ਕੇ ਚੱਲ ਪੈਂਦੇ ਸਨ, ਤੇ ਬੜੇ ਜਾ ਕੇ ਦਰਿਆ ਬਿਆਸਾ ਤੋਂ 8 ਕਿਲੋਮੀਟਰ ਉੱਥੋਂ ਦੂਰੀ ਪੈ ਜਾਂਦੀ ਹੈ। ਉੱਥੋਂ ਜਾ ਕੇ ਜਲ ਦੀ ਗਾਗਰ ਭਰਨੀ, ਪਹਿਲਾਂ ਆਪ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਗਾਗਰ ਗੁਰੂ ਸਾਹਿਬ ਵਾਸਤੇ ਸਵੱਛ ਜਲ ਦੀ ਭਰਨੀ। ਕਿਉਂਕਿ ਸਾਧ ਸੰਗਤ ਜੀ ਅੱਜ ਕੱਲ੍ਹ ਨਾਸਤਕਾਂ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ, ਹਰ ਗੱਲ ਦੇ ਉੱਤੇ ਕਿੰਤੂ ਕਰਦੇ ਹਨ। ਹੁਣ ਇੱਕ ਸਵਾਲ ਇਹਨਾਂ ਨੇ ਇੱਥੇ ਵੀ ਉਠਾਇਆ ਹੋਇਆ ਹੈ। ਉਹ ਕਹਿੰਦੇ ਆ ਕਿ ਖਡੂਰ ਸਾਹਿਬ 'ਚ ਪਾਣੀ ਕੋਈ ਨਹੀਂ ਸੀ, ਜਿਹੜਾ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਲੈਣ ਜਾਂਦੇ ਸਨ। ਅੱਜ ਇਹ ਵੀ ਕਿੰਤੂ ਪਰੰਤੂ ਸਾਡੇ ਸਟੇਜਾਂ ਦੇ ਉੱਤੇ ਹੀ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਪਰ ਮੂਰਖਾਂ ਨੂੰ ਕੌਣ ਸਮਝਾਵੇ? ਪਾਣੀ 'ਚ ਵੀ ਫਰਕ ਹੁੰਦਾ ਹੈ। ਪਾਣੀ 'ਚ ਕੀ ਫਰਕ ਹੁੰਦਾ ਹੈ? ਜਿਹੜਾ ਖੜਿਆ ਪਾਣੀ ਹੁੰਦਾ ਹੈ ਉਹਦਾ ਸਵਾਦ ਕੁਝ ਹੋਰ ਹੁੰਦਾ ਹੈ। ਜਿਹੜਾ ਪਾਣੀ ਚੱਲ ਰਿਹਾ ਹੁੰਦਾ ਹੈ ਦਰਿਆਵਾਂ ਦਾ, ਉਹਦਾ ਆਨੰਦ ਕੁਝ ਵੱਖਰਾ ਹੁੰਦਾ ਹੈ। ਤੇ ਸਿੱਖ ਦੀ ਸ਼ਰਧਾ ਇਹ ਹੁੰਦੀ ਹੈ ਵੀ ਮੈਂ ਆਪਣੇ ਸਤਿਗੁਰਾਂ ਨੂੰ ਸਭ ਤੋਂ ਚੰਗੀ ਚੀਜ਼ ਭੇਟਾ ਕਰਾਂ, ਸਭ ਤੋਂ ਚੰਗਾ ਪ੍ਰਸ਼ਾਦਾ ਛਕਾਵਾਂ, ਸਭ ਤੋਂ ਚੰਗਾ ਮਿੱਠਾ ਪਾਣੀ ਪਿਆਵਾਂ। ਜਿਵੇਂ ਭਾਈ ਰੂਪਾ ਜੀ ਤੇ ਉਹਨਾਂ ਦੇ ਪਿਤਾ ਭਾਈ ਸਾਧੂ ਜੀ, ਇਹ ਤਰਖਾਣ ਸਨ, ਬਹੁਤ ਗਰੀਬ ਘਰ ਦੇ ਗੁਰੂ ਕੇ ਸਿੱਖ ਸਨ। ਘਰੋਂ ਪਾਣੀ ਦੀ ਛਾਂਗਲ ਲੈ ਕੇ ਤੁਰੇ ਸਨ ਵੀ ਜਦੋਂ ਲੱਕੜਾਂ ਵੱਢਾਂਗੇ ਗਰਮੀ ਲੱਗੇਗੀ ਤੇ ਪਾਣੀ ਪੀ ਲਵਾਂਗੇ। ਵਾਰ-ਵਾਰ ਜਾ ਕੇ ਜੰਡ ਦੇ ਨਾਲ ਛਾਂਗਲ ਟੰਗ ਦਿੱਤੀ। ਦੋਵੇਂ ਪਿਓ ਪੁੱਤਰ ਲੱਕੜਾਂ ਪਾੜਨ ਲੱਗ ਪਏ ਇੱਕ ਜੰਗਲ ਦੇ ਵਿੱਚ। ਲੱਕੜਾਂ ਵੱਢਦਿਆਂ ਨੂੰ ਪਿਆਸ ਲੱਗੀ, ਪਾਣੀ ਨੂੰ ਹੱਥ ਲਾਇਆ, ਹਵਾ ਲੱਗ ਕੇ ਉਹ ਛਾਂਗੜ ਬੜੀ ਠੰਡੀ ਹੋ ਗਈ ਸੀ। ਤੇ ਭਾਈ ਰੂਪ ਚੰਦ ਕਹਿੰਦਾ, ਪਿਤਾ ਜੀ ਪਾਣੀ ਬੜਾ ਸਵਾਦੀ ਹੈ, ਇਹ ਪਾਣੀ ਬੜਾ ਠੰਡਾ ਹੈ, ਇਹ ਪਾਣੀ ਆਪਣੇ ਗਰੀਬਾਂ ਦੇ ਪੀਣ ਵਾਲਾ ਨਹੀਂ ਹੈ। ਇਹ ਪਾਣੀ ਤਾਂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛਕਣ ਤਾਂ ਕਿੰਨਾ ਚੰਗਾ ਹੋਵੇ। ਪਿਓ ਕਹਿਣ ਲੱਗਾ, ਪੁੱਤਰ ਗੁਰੂ ਸਾਹਿਬ ਬੜੀ ਦੂਰ ਹੋਣਗੇ, ਜੇ ਨੇੜੇ ਹੁੰਦੇ ਤੇ ਆਪਾਂ ਉਹਨਾਂ ਨੂੰ ਪਾਣੀ ਪਿਆ ਦਿੰਦੇ, ਜਲ ਛਕਾ ਦਿੰਦੇ। ਪਰ ਪਿਓ ਦਾ ਵੀ ਜੀ ਨਹੀਂ ਕੀਤਾ ਉਸ ਛਾਂਗਲ ਵਿੱਚੋਂ ਪਾਣੀ ਪੀਣ ਨੂੰ। ਪਿਆਸ ਲੱਗਦੀ ਸੀ, ਹੱਥ ਲਾਉਂਦੇ ਸੀ, ਫਿਰ ਸੋਚਦੇ ਸੀ ਨਹੀਂ ਇਹ ਗੁਰੂ ਸਾਹਿਬ ਦੇ ਛਕਣ ਵਾਲਾ ਪਾਣੀ ਹੈ,
ਫਿਰ ਬਹਿ ਜਾਂਦੇ ਸੀ। ਫਿਰ 10 ਮਿੰਟ ਕੰਮ ਕਰਨਾ ਹੁੰਦਾ ਸੀ, ਲੱਕੜਾਂ ਪਾੜਦੇ ਸੀ, ਗਰਮੀ ਬੜੀ ਸੀ, ਤੇ ਰੋਈ ਦੇ ਵਿੱਚ ਕੰਮ ਕਰਦਿਆਂ ਫਿਰ ਪਸੀਨਾ ਵਗਣਾ, ਪਾਣੀ ਪਿਆਸ ਲੱਗਣੀ, ਫਿਰ ਹੱਥ ਲਾਉਣਾ ਠੰਡਾ। ਨਹੀਂ, ਇਹ ਸਾਡੇ ਗਰੀਬਾਂ ਦੇ ਪੀਣ ਵਾਲਾ ਨਹੀਂ, ਇਹ ਤੇ ਸ਼ਹਿਨਸ਼ਾਹ ਦੇ ਪੀਣ ਵਾਲਾ ਪਾਣੀ ਹੈ। ਐਸੀ ਭਾਵਨਾ ਦੇ ਨਾਲ ਕਹਿੰਦੇ ਲਗਭਗ 2 ਪਹਿਰ ਬੀਤ ਗਏ, ਪਾਣੀ ਨਹੀਂ ਪੀਤਾ। ਉੱਥੋਂ 60-62 ਕਿਲੋਮੀਟਰ ਦੀ ਦੂਰੀ ਤੇ ਮੋਗੇ ਦੇ ਕੋਲ ਡਰੋਲੀ ਭਾਈ ਦੇ ਵਿੱਚ ਗੁਰੂ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਦੁਪਹਿਰ ਵੇਲੇ ਬੈਠੇ। ਗਰਮੀ ਦੀ ਰੁੱਤ ਸੀਗੀ, ਅੰਦਰ ਠੰਡੇ ਕਮਰੇ ਦੇ ਵਿੱਚ, ਅੱਜ ਕੱਲ੍ਹ ਤਾਂ ਏਸੀ ਲਾਉਂਦੇ ਆ ਨਾ, ਉਹਨਾਂ ਦਿਨਾਂ ਦੇ ਵਿੱਚ ਆ ਜਿਹੜਾ ਏਸੀ ਨੂੰ ਘਾਹ ਜਾ ਨਹੀਂ ਲੱਗਾ ਹੁੰਦਾ, ਜਿਹਨੂੰ ਟਾਟੀ ਵੀ ਕਹਿੰਦੇ ਨੇ, ਖੱਸ ਵੀ ਕਹਿੰਦੇ ਨੇ, ਉਹ ਪਹਿਲਾਂ ਆ ਖਿੜਕੀਆਂ ਦੇ ਵਿੱਚ ਲਾ ਦਿੰਦੇ ਹੁੰਦੇ ਸੀ ਤੇ ਉੱਤੇ ਪਾਣੀ ਦਾ ਛੱਟਾ ਮਾਰ ਦਿੰਦੇ ਸੀ। ਉਹ ਫਿਰ ਗਿੱਲੇ ਪਾਣੀ ਦੇ ਵਿੱਚੋਂ ਜਿਹੜੀ ਹਵਾ ਬਾਹਰੋਂ ਆਉਂਦੀ ਸੀ ਉਹ ਠੰਡੀ ਹੋ ਕੇ ਆਉਂਦੀ ਸੀ। ਸ਼ਰਦਖਾਨਾ ਕਹਿੰਦੇ ਸੀ ਉਹਨੂੰ, ਠੰਡਾ ਕਮਰਾ। ਠੰਡੇ ਕਮਰੇ 'ਚ ਗੁਰੂ ਸਾਹਿਬ ਆਰਾਮ ਕਰ ਰਹੇ 6ਵੇਂ ਪਾਤਸ਼ਾਹ। ਉਧਰ ਗੁਰੂ ਦੇ ਸਿੱਖ ਪਿਓ ਪੁੱਤਰ ਦੋਵੇਂ ਹੀ ਪਾਣੀ ਤੋਂ ਪਿਆਸੇ ਤੜਫ ਰਹੇ ਆ ਵੀ ਸਤਿਗੁਰੂ ਪਾਣੀ ਪੀਣ ਤੇ ਫਿਰ ਅਸੀਂ ਪਾਣੀ ਪੀਵੀਏ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਡਾ ਘੋੜਾ ਕੱਸੋ। ਸੇਵਾਦਾਰ ਨੇ ਫਟਾਫਟ ਘੋੜਾ ਕੱਸ ਦਿੱਤਾ ਤੇ ਇਕੱਲੇ ਹੀ ਪਾਤਸ਼ਾਹ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਚਾਲੇ ਪਾ ਦਿੱਤੇ। ਡਰੋਲੀ ਭਾਈ ਕੀ ਤੋਂ ਪਿੱਛੇ ਪੈਂਦੇ ਖਾਨ ਬਾਬਾ ਬਿਧੀ ਚੰਦ, ਹੋਰ ਜਿਹੜੇ ਨਏ ਸੇਵਾਦਾਰ ਸਨ, ਉਹ ਕਹਿੰਦੇ ਮਹਾਰਾਜ ਕਿੱਥੇ ਗਏ? ਭਾਈ ਜੇਠੇ ਵਰਗੇ ਉਹ ਮਹਾਰਾਜ ਦੇ ਪਿੱਛੇ ਪਿੱਛੇ ਕਿੰਨੇ ਹੀ ਘੋੜੇ ਦੌੜਾ ਕੇ ਮਸੀਂ ਰਲੇ। ਇਕੱਲੇ ਹੀ ਸਤਿਗੁਰੂ 6ਵੇਂ ਪਾਤਸ਼ਾਹ ਇੱਥੇ ਗੁਰਦੁਆਰਾ ਜੰਡ ਸਾਹਿਬ ਹੈ, ਸਾਧ ਸੰਗਤ ਜੀ, ਭਗਤਾ ਭਾਈ ਕਾ, ਬਰਨਾਲਾ ਬਾਜਾਖਾਨਾ ਰੋਡ ਦੇ ਉੱਤੇ ਇਹ ਵੱਡਾ ਇੱਕ ਪਿੰਡ ਹੈ, ਉਹਦੇ ਲਾਗੇ ਭਾਈ ਰੂਪਾ ਇਹ ਨਗਰ ਹੈ। ਭਾਈ ਰੂਪੇ ਦੇ ਖੇਤਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਜੰਗਲ ਸੀਗਾ ਤੇ ਮਾਲਵੇ ਦੀ ਧਰਤੀ ਤੇ ਕਰੀਰਾਂ ਦੇ ਜੰਡਾਂ ਦੇ ਦਰਖਤ ਹੁੰਦੇ ਸਨ, ਪੀਲੂਆਂ ਦੇ ਦਰਖਤ ਬੂਟੇ ਹੁੰਦੇ ਸਨ। ਉਹਨਾਂ ਜੰਡਾਂ ਨਾਲੋਂ ਵਣਾਂ ਨਾਲੋਂ ਲੋਕ ਪੀਲੂ ਤੋੜ ਤੋੜ ਕੇ ਖਾਂਦੇ। ਤੇ ਇਦਾਂ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਪਹੁੰਚੇ, ਆਵਾਜ਼ਾਂ ਮਾਰਦੇ ਆ, ਉਹ ਭਾਈ ਰੂਪਾ, ਭਾਈ ਸਾਧੂ ਕਿੱਥੇ ਹੋ ਤੁਸੀਂ? ਦੋਵੇਂ ਪਿਓ ਪੁੱਤਰ ਪਾਣੀ ਤੋਂ ਬੇਹੋਸ਼ ਹੋਏ ਪਏ ਸਨ। ਜਦੋਂ ਸਤਿਗੁਰਾਂ ਦੀ ਆਵਾਜ਼ ਸੁਣੀ, ਨੇਤਰ ਖੋਲੇ, ਸਾਹਮਣੇ ਮੀਰੀ ਪੀਰੀ ਦੀ ਸਰਕਾਰ, ਚਰਨਾਂ ਤੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਜੀ ਨੂੰ ਉਹ ਜਲ ਜਿਹੜਾ ਆਪ ਛਕਣ ਲਈ ਘਰੋਂ ਲੈ ਕੇ ਆਏ ਸੀ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਛਕਾਇਆ ਤੇ ਫਿਰ ਉਹਨਾਂ ਪਿਓ ਪੁੱਤਰਾਂ ਨੇ ਪਾਣੀ ਪੀਤਾ। ਸਾਧ ਸੰਗਤ ਜੀ, ਪ੍ਰਸੰਨ ਹੋ ਕੇ ਗੁਰੂ ਨੇ ਗਾਲਾਂ ਲਾ ਲਿਆ, ਬਚਨ ਕੀਤਾ, ਰੂਪ ਚੰਦ ਤੇਰੇ ਨਾਂ ਤੇ ਇੱਥੇ ਪਿੰਡ ਵਸਾਣਾ ਤੇ ਉਹਦਾ ਨਾਂ ਵੀ ਭਾਈ ਰੂਪਾ ਹੀ ਰੱਖਾਂਗੇ। ਆਪ 6ਵੇਂ ਪਾਤਸ਼ਾਹ ਨੇ ਮੋਹੜੀ ਗੱਡੀ, ਇੱਕ ਕੜਛਾ, ਇੱਕ ਖੰਡਾ, ਸ਼ਸਤਰ ਬਸਤਰ ਤੇ ਲੰਗਰ ਚਲਾਉਣ ਦੀਆਂ ਨਿਸ਼ਾਨੀਆਂ ਵਜੋਂ ਕੜਛਾ ਦੇ ਕੇ ਕਿਹਾ ਲੰਗਰ ਚਲਾਓ, ਤੁਹਾਡਾ ਅਟੁੱਟ ਵਰਤੇਗਾ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਦਾ ਪ੍ਰੇਮ ਵੇਖਦੇ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਸ ਪ੍ਰੇਮ 'ਚ ਪੂਰੇ ਸਨ। ਆਪਣੇ ਗੁਰਦੇਵ ਦੇ ਲਈ ਜਲ ਲੈਣ ਦੇ ਲਈ ਖਡੂਰ ਸਾਹਿਬ ਤੋਂ ਬਿਆਸਾ ਦਰਿਆ ਗੋਇੰਦਵਾਲ ਸਾਹਿਬ ਜਾਇਆ ਕਰਦੇ ਸਨ। ਉੱਥੋਂ ਜਲ ਲਿਆ ਕੇ ਗੁਰਦੇਵ ਜੀ ਨੂੰ ਇਸ਼ਨਾਨ ਕਰਾਉਣਾ, ਮਹਾਰਾਜ ਦੇ ਬਸਤਰ ਬਦਲ ਕੇ ਇਸ਼ਨਾਨ ਕਰਾ ਕੇ ਤੇ ਫਿਰ ਆਪ ਲੰਗਰ ਵਿੱਚ ਚਲੇ ਜਾਣਾ। ਲੰਗਰ ਦੇ ਸਾਰੇ ਭਾਂਡੇ ਸਿੱਧੇ ਕਰਨੇ ਜਿਹੜੇ ਰਾਤ ਮਾਂਜ ਕੇ ਰੱਖੇ ਹੁੰਦੇ ਸਨ। ਰਾਤ ਸਾਰੇ ਭਾਂਡੇ ਮਾਂਜ ਕੇ ਸੌਂਦੇ ਸਤਿਗੁਰੂ ਅਮਰਦਾਸ ਸਾਹਿਬ ਜੀ। ਘੰਟਾ ਅੱਧਾ ਘੰਟਾ ਹੀ ਮਸੀਂ ਆਰਾਮ ਕਰਨਾ ਤੇ 12 ਵਜੇ ਦਿਨ ਫਿਰ ਉੱਠ ਪੈਣਾ ਤੇ ਫਿਰ ਗੁਰੂ ਨੂੰ ਇਸ਼ਨਾਨ ਕਰਨ ਤੋਂ ਬਾਅਦ 2:30-3 ਵਜੇ ਚੁੱਲ੍ਹਾ ਗਰਮ ਕਰਨਾ। ਚੁੱਲ੍ਹੇ ਤੇ ਦੇਗਾ ਰੱਖ ਦੇਣਾ, ਦਾਲ ਸਬਜ਼ੀ ਜੋ ਲੰਗਰ ਸਾਰਾ ਦਿਨ ਵਰਤਣਾ, ਆਟਾ ਗੁੰਨਣਾ, ਦਿਨ ਚੜ੍ਹਦੇ ਤੱਕ ਲੰਗਰ ਵੀ ਤਿਆਰ ਕਰ ਦੇਣਾ। ਸਾਰਾ ਦਿਨ ਗੁਰੂ ਦੇ ਘੋੜਿਆਂ ਨੂੰ, ਗੁਰੂ ਘਰ ਦੇ ਡੰਗਰਾਂ ਨੂੰ, ਗੁਰੂ ਘਰ ਦੀਆਂ ਸੰਗਤਾਂ ਨੂੰ ਪੀਣ ਲਈ ਖੂਹ ਤੋਂ ਪਾਣੀ ਭਰ ਭਰ ਕੇ ਲਿਆਈ ਜਾਣਾ ਤੇ ਸਾਰਾ ਦਿਨ ਸੇਵਾ ਕਰ ਕਰਕੇ ਨਾ ਆ ਜਿਹੜੇ ਚਰਨਾਂ ਦੀਆਂ ਵਿਆਈਆਂ ਫਟ ਗਈਆਂ ਤੇ ਹੱਥਾਂ ਦੇ ਉੱਤੇ ਵੀ ਸਾਧ ਸੰਗਤ ਜੀ, ਹੱਥਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ
ਵਿਆਹੀਆਂ ਫਟ ਗਈਆਂ। ਸੇਵਾ ਕਰ ਕਰਕੇ ਪਾਣੀ ਢੋ ਢੋ ਕੇ, ਨਾ ਪੈਰਾਂ ਦਾ ਪਤਾ ਲੱਗਦਾ ਸੀ ਕਿੱਦਾਂ ਦਾ ਰੰਗ ਰੂਪ ਹੈ ਤੇ ਨਾ ਹੱਥਾਂ ਦਾ। ਸਾਲ ਪਿੱਛੋਂ 1.5 ਗਜ ਖੱਦਰ ਦਾ ਇੱਕ ਸਰੋਪਾ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ 1 ਸਾਲ ਪਿੱਛੋਂ ਦਿੰਦੇ ਸਨ। ਉਹ ਲੈ ਕੇ ਸਿਰ ਤੇ ਸਜਾ ਕੇ ਉਹਦੇ ਉੱਤੇ ਰੱਸੀ ਬੰਨ੍ਹ ਲੈਣੀ ਤਾਂ ਕਿ ਉਹ ਖੁੱਲੇ ਨਾ। ਉੱਤੇ ਕੱਪੜਾ ਮੰਡਾਸਾ ਮਾਰਿਆ, ਉੱਤੇ ਗਾਗਰ ਰੱਖੀ ਹੈ, ਸੇਵਾ ਕਰੀ ਗਈ। 11 ਸਰੋਪੇ ਇਕੱਠੇ ਹੋ ਗਏ ਸਨ ਜਿਹੜੇ ਗੁਰੂ ਸਾਹਿਬ ਨੇ 12ਵੇਂ ਸਾਲਾਂ 'ਚ ਆਪਣੇ ਹੱਥੀਂ ਖੋਲ੍ਹੇ ਸਨ ਤੇ ਇਸ਼ਨਾਨ ਕਰਾ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕੀਤਾ ਸੀ। ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਸੀ ਕਿ ਦੁਨੀਆ ਕਹਿੰਦੀ ਸੀ ਇਹ ਤਾਂ ਕੁੜਮਾਂ ਦੇ ਘਰ ਪਾਣੀ ਢੋਂਦਾ ਹੈ। ਲੋਕਾਂ ਨੂੰ ਕੀ ਪਤਾ ਸੀ ਅੰਦਰਲੀ ਗੱਲ ਦਾ। ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਹੀਂ ਗਿਆਨ ਆਖੋ ਸਤਿਨਾਮ ਸ੍ਰੀ। ਮੂਰਖ ਲੋਕ ਨਿੰਦਾ ਹੀ ਕਰਦੇ ਹਨ ਕਿਉਂਕਿ ਮਹਾਂਪੁਰਸ਼ਾਂ ਦੀ, ਸੰਤਾਂ ਦੀ, ਭਗਤਾਂ ਦੀ, ਗੁਰੂਆਂ ਦੀ ਗੱਲ ਸੰਸਾਰੀ ਲੋਕਾਂ ਨੂੰ ਸਮਝ ਨਹੀਂ ਆਉਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਮੀਂਹ ਪੈ ਰਿਹਾ ਸੀ, ਗਾਗਰ ਮੋਢੇ ਧਰੀ ਹੋਈ ਸੀ। ਰਸਤੇ 'ਚ ਜੁਲਾਹਿਆਂ ਦਾ ਘਰ ਉੱਚੇ ਟਿੱਬੇ ਤੇ ਪੈਂਦਾ ਸੀ। ਅੱਜ ਕੱਲ੍ਹ ਵੀ ਉਹ ਸਾਰੇ ਖੰਡੂਰ ਸਾਹਿਬ ਵਿੱਚ ਉੱਚੀ ਥਾਂ ਉਹੀ ਹੈ ਜਿੱਥੇ ਜੁਲਾਹਿਆਂ ਦੀ ਖੱਡੀ ਲੱਗੀ ਹੋਈ ਸੀ। ਜੁਲਾਹਿਆ ਤੇ ਜੁਲਾਈ ਅੰਦਰ ਆਪਣੇ ਕੋਠੜੇ 'ਚ ਸੁੱਤੇ, ਬਾਹਰ ਖੱਡੀ ਦੇ ਕਰੀਰ ਦੇ ਕਿਲੇ ਦੇ ਨਾਲ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੇ ਪੈਰ ਦਾ, ਚਰਨਾਂ ਦਾ ਠੁੱਡਾ ਵੱਜਾ। ਹਜ਼ੂਰ ਸੱਚੇ ਪਾਤਸ਼ਾਹ ਤਿਲਕ ਕੇ ਡਿੱਗੇ ਪਰ ਆਪਣੇ ਮੋਢੇ ਤੇ ਰੱਖੀ ਹੋਈ ਗਾਗਰ ਡਿੱਗਣ ਨਹੀਂ ਦਿੱਤੀ। ਗਾਗਰ ਨੂੰ ਸੰਭਾਲ ਲਿਆ। ਖੜਕਾ ਹੋਇਆ। ਜੁਲਾਹੇ ਨੇ ਆਵਾਜ਼ ਦਿੱਤੀ, ਕੌਣ ਹੈ? ਹੋਰ ਤੇ ਕੋਈ ਨਾ। ਉਹਦੀ ਘਰਵਾਲੀ ਕੋਲੋਂ ਬੋਲੀ, ਕੋਈ ਨਹੀਂ, ਇਸ ਵੇਲੇ ਕੌਣ ਹੋਵੇਗਾ? ਅੱਧਾ ਜਿਹਾ ਨਾਂ ਲੈ ਕੇ ਕਹਿਣ ਲੱਗੀ, ਹੋਣਗੇ ਜਿਹੜੇ ਕੁੜਮਾਂ ਦੇ ਘਰ ਪਾਣੀ ਭਰਦੇ ਆ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਮੁਖ ਤੋਂ ਬਚਨ ਨਿਕਲ ਗਿਆ। ਕਹਿਣ ਲੱਗੇ, ਕਮਲੀਏ ਮੈਨੂੰ ਤੇ ਥਾਂ ਮਿਲ ਗਈ ਹੈ। ਉਹਨੇ ਆਖਿਆ ਸੀ ਨਾ ਅਮਰੂ ਨਥਾਵਾਂ, ਇਹ ਬਚਨ ਅੱਧਾ ਨਾਮ ਲਿਆ ਸੀ ਸਤਿਗੁਰਾਂ ਦਾ। ਤੇ ਮਹਾਰਾਜ ਕਹਿੰਦੇ ਸਾਨੂੰ ਤੇ ਥਾਂ ਮਿਲ ਗਈ ਗੁਰੂ ਸਾਹਿਬ ਦੇ ਚਰਨਾਂ ਵਿੱਚ। ਇਹ ਕਮਲੀ ਕਹਿਣ ਦੀ ਦੇਰ ਸੀ, ਉਸੇ ਵੇਲੇ ਚੀਕਾਂ ਮਾਰਨ ਲੱਗ ਪਈ। ਸਿਰ ਤੇ ਵਾਲ ਖਿਲਾਰ ਲਏ, ਕੱਪੜੇ ਪਾੜੇ, ਝੱਲੀ ਹੋ ਗਈ। ਉਹਦਾ ਘਰ ਵਾਲਾ ਉਹਨੂੰ ਲੈ ਕੇ ਦਿਨ ਚੜ੍ਹੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ ਆਇਆ। ਆ ਕੇ ਆਪਣੀ ਘਰਵਾਲੀ ਨੂੰ ਗੁਰੂ ਚਰਨਾਂ 'ਚ ਮੱਥਾ ਟਿਕਾਇਆ। ਕਹਿਣ ਲੱਗਾ, ਮਹਾਰਾਜ ਇਹਨੂੰ ਬਖਸ਼ੋ, ਇਹਨੇ ਰਾਤ ਤੁਹਾਡੇ ਸੇਵਕ ਨੂੰ ਏਦਾਂ ਬਚਨ ਅੱਧਾ ਨਾਂ ਲੈ ਕੇ ਬੋਲੀ ਸੀ ਤੇ ਉਹਨਾਂ ਦੇ ਮੁਖ ਤੋਂ ਬਚਨ ਨਿਕਲ ਗਿਆ, ਕਮਲੀਏ। ਇਹ ਉਦੋਂ ਦੀ ਕਮਲੀ ਹੋ ਗਈ ਹੈ, ਚੀਕਾਂ ਮਾਰਦੀ ਹੈ, ਕੱਪੜੇ ਪਾੜਦੀ ਹੈ, ਖਾਣ ਨੂੰ ਪੈਂਦੀ ਹੈ। ਮਹਾਰਾਜ ਇਹਨੂੰ ਕਿਰਪਾ ਕਰੋ, ਬਖਸ਼ ਦਿਓ, ਰਾਜੀ ਕਰ ਦਿਓ। ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਜਿਨ੍ਹਾਂ ਦੀ ਅਵੱਗਿਆ ਕੀਤੀ ਉਹਨਾਂ ਕੋਲੋਂ ਮਾਫੀ ਮੰਗਣੀ ਪੈਣੀ ਹੈ। ਗੁਰੂ ਆਪਣੇ ਸੇਵਕ ਨੂੰ ਵਡਿਆਈ ਦਿੰਦਾ ਹੈ। ਜਾਓ ਸ੍ਰੀ ਅਮਰਦਾਸ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰੋ, ਇਹ ਬਖਸ਼ੀ ਜਾਏਗੀ। ਜਦੋਂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਰਾਜੀ ਹੋ ਗਈ। ਸਾਧ ਸੰਗਤ ਜੀ, ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀ ਵਡਿਆਈ ਦੇ ਮਾਲਕ ਆਪ ਜੀ 12 ਸਾਲ ਗੁਰਦੇਵ ਦੀ ਸੇਵਾ ਕੀਤੀ ਹੈ। ਔਰ ਫਿਰ ਸਾਧ ਸੰਗਤ ਜੀ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪਰਮੇਸ਼ਰ ਦੀ ਪ੍ਰਾਪਤੀ, ਸਰੂਪ ਦੀ ਪ੍ਰਾਪਤੀ ਹੋ ਗਈ। ਆਪਾ ਭਾਵ ਖਤਮ ਹੋ ਗਿਆ, ਮੈਂ ਮਰ ਗਈ। ਜਦੋਂ ਬੰਦੇ ਦੀ ਮੈਂ ਮਰ ਜਾਂਦੀ ਹੈ ਨਾ, ਉਦੋਂ ਬੰਦਾ ਰੱਬ ਬਣ ਜਾਂਦਾ ਹੈ। ਖੁਦੀ ਤੇ ਖੁਦਾ ਦੋ ਹੀ ਚੀਜ਼ਾਂ ਨੇ। ਖੁਦੀ ਮੈਨੇ ਮੈਂ, ਹਉਮੈ, ਹੰਕਾਰ, ਮੈਂ ਫਲਾਣਾ ਬੰਦਾ ਹਾਂ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਜੱਟ ਹਾਂ, ਮੈਂ ਬਾਣੀਆ ਹਾਂ, ਮੈਂ ਖੱਤਰੀ ਹਾਂ, ਮੈਂ ਬ੍ਰਾਹਮਣ ਹਾਂ, ਮੈਂ ਸ਼ੂਦਰ ਹਾਂ, ਮੈਂ ਵੈਸ਼ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਮੋਟਾ ਆ, ਮੈਂ ਪਤਲਾ ਆ, ਮੈਂ ਗੋਰਾ ਆ, ਮੈਂ ਕਾਲਾ ਆ, ਮਧਰਾ ਆ, ਮੈਂ ਲੰਮਾ ਆ। ਕੋਈ ਨਾ ਕੋਈ ਤਾਂ ਮੈਂ ਹਰ ਜਗ੍ਹਾ ਤੇ। ਮੈਂ ਕਥਾਵਾਚਕ ਹਾਂ, ਮੈਂ ਗ੍ਰੰਥੀ ਹਾਂ, ਮੈਂ ਰਾਗੀ ਹਾਂ, ਹਰ ਜਗ੍ਹਾ ਤੇ ਕੰਡਾ ਰੜਕਦਾ ਖੋ ਸਤਿਨਾਮ ਸ੍ਰੀ ਵਾਹਿਗੁਰੂ। ਆਹਾ ਮਹਾਰਾਜ ਕਹਿੰਦੇ, ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ।
ਜਮਕਾਲ ਸਹਿ ਸਿਰ ਡੰਡਾ ਹੈ। ਉਹ ਜਿਹੜਾ ਕੰਡਾ ਨਾ ਰੜਕਦਾ ਰਹਿੰਦਾ, ਬੰਦੇ ਦੇ ਅੰਦਰੋਂ ਨਿਕਲਦਾ ਨਹੀਂ। ਜੇ ਕਿਤੇ ਨਿਕਲ ਜਾਵੇ, ਇਹ ਜੇ ਹੀ ਬੜੀ ਕਠਿਨ ਹੈ, ਸਭ ਤੋਂ ਔਖੀ ਜੇ ਹੀ ਹੈ। ਇਹਦਾ ਹੱਲ ਕੋਈ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ। ਇਹ ਜਾਂਦੀ ਨਹੀਂ, ਮੈਂ ਨਹੀਂ ਜਾਂਦੀ, ਹਉਮੈ ਨਹੀਂ ਜਾਂਦੀ। ਹਉਮੈ ਜਾਈ ਤਾਂ ਕੰਤ ਸਮਾਈ। ਮਹਾਰਾਜ ਕਹਿੰਦੇ ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ। ਜਦੋਂ ਇਨਸਾਨ ਦਾ ਮੈਂ ਪੁਣਾ ਮਿਟ ਜਾਂਦਾ ਹੈ, ਖਤਮ ਹੋ ਜਾਂਦੀ ਹੈ ਹਉਮੈ, ਉਦੋਂ ਉਹਦੇ ਅੰਦਰ ਹੀ ਉਹਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਜਿਹੜਾ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਆਉਂਦਾ ਹੈ, ਨਾ ਜਾਂਦਾ ਹੈ, ਉਹਦੇ ਆਸਰੇ ਤੇ ਆ ਸਾਰਾ ਕੁਝ ਚੱਲ ਰਿਹਾ ਹੈ। ਸਾਧ ਸੰਗਤ ਜੀ, ਇਹ ਜਿਹੜਾ ਮਨ ਹੈ ਫੁਰਨੇ ਕਰਦਾ ਹੈ, ਬੁੱਧੀ ਨਿਰਣੇ ਕਰਦੀ ਹੈ, ਇਹ ਆਪਣੇ ਆਪ ਨਹੀਂ ਕਰ ਸਕਦੇ। ਜੜ ਪਦਾਰਥ ਕੋਈ ਵੀ ਕੁਝ ਨਹੀਂ ਕਰ ਸਕਦਾ ਚੇਤਨ ਦੀ ਸੱਤਾ ਤੋਂ ਬਿਨਾਂ। ਉਹ ਚੇਤਨ ਅਕਾਲ ਪੁਰਖ ਵਾਹਿਗੁਰੂ ਅੰਦਰ ਬੈਠਾ ਹੈ। ਸਭ ਦੇ ਅੰਦਰ ਅੱਖਾਂ ਦੇਖਣ ਲੱਗ ਜਾਂਦੀਆਂ ਹਨ, ਕੰਨ ਸੁਣਨ ਲੱਗ ਜਾਂਦੇ ਹਨ, ਜੀਭ ਬੋਲਣ ਲੱਗ ਜਾਂਦੀ ਹੈ, ਰਸਤੇ ਨੱਕ ਸੁੰਘਣ ਲੱਗ ਜਾਂਦੀ ਹੈ, ਚਮੜੀ ਛੂਹਣ ਲੱਗ ਜਾਂਦੀ ਹੈ, ਹੱਥ ਪੈਰ ਕੰਮਕਾਰ ਕਰਦੇ ਹਨ। ਜੇ ਉਸ ਚੇਤਨ ਸੱਤਾ ਵਿੱਚੋਂ ਨਿਕਲ ਜਾਵੇ, ਉਹ ਜੋਤ ਅਕਾਲ ਪੁਰਖ ਦੀ ਇਸ ਸਰੀਰ ਵਿੱਚੋਂ ਬਾਹਰ ਹੋਵੇ, ਇਹ ਸਾਰਾ ਕੁਝ ਹੀ ਮਿੱਟੀ ਦੀ ਢੇਰੀ ਬਣ ਜਾਂਦਾ ਹੈ। ਫਿਰ ਨਾ ਇਹ ਦੇਖ ਸਕੇ, ਨਾ ਸੁਣ ਸਕੇ, ਨਾ ਬੋਲ ਸਕੇ, ਨਾ ਤੁਰ ਸਕੇ, ਨਾ ਖਾ ਪੀ ਸਕੇ। ਫਿਰ ਸਾਰੀ ਕਿਰਿਆ ਬੰਦ ਹੋ ਜਾਂਦੀ ਹੈ। ਉਸ ਜੋਤ ਤੱਕ ਪਹੁੰਚਣ ਦੇ ਲਈ ਇੱਕੋ ਹੀ ਕੰਧ ਟੱਪਣੀ ਪੈਂਦੀ ਹੈ, ਉਹ ਹਉਮੈ ਦੀ ਕੰਧ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਸ ਕੰਧ ਨੂੰ ਟੱਪ ਚੁੱਕੇ ਸਨ। ਇਸ ਕਰਕੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਗਲ ਨਾਲ ਲਾ ਕੇ ਆਪਣੇ ਵਰਗਾ ਹੀ ਬਣਾ ਲਿਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਵਡਿਆਈ ਹੈ। ਉਹਨਾਂ ਦੀ ਵਡਿਆਈ ਨੂੰ ਭੱਟਾਂ ਦੇ ਸਵਈਆਂ ਵਿੱਚ ਭੱਟ ਸਾਹਿਬਾਨਾਂ ਨੇ ਲਿਖਿਆ ਹੈ। ਕਹਿੰਦੇ ਕਨਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਨ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुद्र ध्यान ज्ञान सतगुर के, कब जन पल उन्हें जो गावै। भले अमरदास गुण तेरे, तेरी उपमा तोए बन आवे। हे गुरु अमरदास महाराज जी, जे संसार दे विच कुछ चीज़ां ऐसियां ने गिणियां नहीं जा सकदियां, पर जे कोई गिण लवे, ਕਹਿੰਦੇ ਜੇ ਕੋਈ ਗਿਣ ਲਵੇ। ਹੁਣ ਕਹਿੰਦੇ ਵੀ ਗੰਗਾ ਦੀਆਂ ਤਰੰਗਾਂ ਲਹਿਰਾਂ ਜਿਹੜੀਆਂ ਨੇ, ਗੰਗ ਤਰੰਗ, ਗੰਗਾ ਦੀਆਂ ਲਹਿਰਾਂ ਗਿਣ ਲੇਗਾ ਕੋਈ? ਕਨਹਰ ਬੂੰਦ, ਬੱਦਲ ਦੀਆਂ ਬੂੰਦਾਂ ਗਿਣ ਲੇਗਾ ਕੋਈ? ਨਹੀਂ ਗਿਣੀਆਂ ਜਾਂਦੀਆਂ। ਕਿੰਨੀਆਂ ਬਰਸਾਤ ਵਿੱਚ ਕਣੀਆਂ ਪੈਂਦੀਆਂ ਨੇ, ਕੋਈ ਗਿਣ ਲੇਗਾ? ਕਹਿੰਦੇ ਨਹੀਂ ਗਿਣੀਆਂ ਜਾ ਸਕਦੀ। ਕਨਹਰ ਬੂੰਦ ਬਸੋ ਰੋਮਾਵਲ, ਬਸੂ ਕਹਿੰਦੇ ਧਰਤੀ ਨੂੰ, ਬਸੁਦਾ ਧਰਤੀ, ਇਹਦੇ ਰੋਮ ਕੋਈ ਗਿਣ ਲੇਗਾ? ਧਰਤੀ ਦੇ ਰੋਮ ਕਿੰਨੇ? ਰੋਮ ਤਾਂ ਸਾਡੇ ਬੰਦੇ ਦੇ ਨਹੀਂ ਗਿਣੇ ਜਾਂਦੇ, ਦਾੜੇ ਦੇ ਗਿਣੇ ਨਹੀਂ ਜਾਂਦੇ, ਹੱਥਾਂ ਦੇ ਨਹੀਂ ਗਿਣੇ ਜਾਂਦੇ। ਕਿੰਨੇ ਕੁ ਰੋਮ ਨੇ? ਧਰਤੀ ਦੇ ਰੋਮ ਕਿੰਨੇ ਨੇ? ਧਰਤੀ ਦੇ ਰੋਮ ਆ ਜਿੰਨਾ ਘਾਹ ਤੋਂ ਲੈ ਕੇ ਚੰਦਨ ਤੱਕ ਹੈ ਨਾ, ਸਾਰੇ ਧਰਤੀ ਦੇ ਰੋਮ ਹਨ। ਜਿੰਨੀ ਬਨਸਪਤੀ ਹੈ, ਜਿੰਨੇ ਦਰਖਤ ਹਨ, ਜਿੰਨੇ ਕਾਨੇ ਹਨ, ਜਿੰਨੇ ਘਾਹ ਬੂਟੇ ਹਨ, ਕਹਿੰਦੇ ਗਿਣ ਲੇਗਾ ਕੋਈ? ਨਹੀਂ ਨਾ ਗਿਣ ਸਕਦਾ। ਕਹਿੰਦੇ ਫਿਰ ਗੰਗਾ ਦੀਆਂ ਲਹਿਰਾਂ ਨੂੰ ਗਿਣ ਲੇਗਾ ਕੋਈ? ਕਹਿੰਦੇ ਨਹੀਂ ਗਿਣ ਸਕਦਾ। ਕਹਿੰਦੇ ਸੂਰਜ ਦੀਆਂ ਕਿਰਨਾਂ ਨੂੰ ਗਿਣ ਲੇਗਾ ਕੋਈ? ਨਹੀਂ ਗਿਣ ਸਕਦਾ। ਕਹਿੰਦੇ ਚੰਦਰਮਾ ਦੀਆਂ ਰਿਸ਼ਮਾਂ ਨੂੰ ਕੋਈ ਗਿਣ ਲੇਗਾ? ਕਹਿੰਦੇ ਨਹੀਂ ਗਿਣ ਸਕਦਾ। ਤੇ ਕਹਿੰਦੇ ਸਮੁੰਦਰ 'ਚ ਪਾਣੀ ਕਿੰਨਾ ਹੈ, ਕੋਈ ਮਿਣ ਲੇਗਾ? ਕਹਿੰਦੇ ਨਹੀਂ ਮਿਣ ਸਕਦਾ। ਤੇ ਕਹਿੰਦੇ ਇਸੇ ਤਰ੍ਹਾਂ ਹੀ ਸ਼ਿਵ ਜੀ ਦਾ ਧਿਆਨ ਕਿੰਨਾ ਡੂੰਘਾ ਗਿਆ ਹੈ। ਸ਼ਿਵ ਜੀ ਭਗਵਾਨ ਸਮਾਧੀ ਲਾ ਕੇ ਬੈਠਦੇ ਨੇ, ਦੁਨੀਆ ਪੈਦਾ ਹੋ ਕੇ ਖਤਮ ਹੋ ਜਾਂਦੀ ਹੈ, ਉਹਨਾਂ ਦੀ ਸਮਾਧੀ ਨਹੀਂ ਖੁੱਲ੍ਹਦੀ। ਕਰੋੜਾਂ ਸਾਲ, ਅਰਬਾਂ ਸਾਲ ਲੰਘ ਜਾਂਦੇ, ਸ਼ਿਵ ਜੀ ਮਹਾਰਾਜ ਆਪਣੀ ਧਿਆਨ ਸਮਾਧੀ 'ਚੋਂ ਬਾਹਰ ਹੀ ਨਹੀਂ ਆਉਂਦੇ। ਕਹਿੰਦੇ ਸ਼ਿਵ ਜੀ ਦੇ ਧਿਆਨ ਦੀ ਡੂੰਘਾਈ ਕੋਈ ਜਾਣ ਲਵੇਗਾ? ਕਹਿੰਦੇ ਫਿਰ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਸਤਿਗੁਰੂ ਜੀ ਦੇ ਗਿਆਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅੰਤ ਪਾ ਲੇਗਾ ਕੋਈ? ਨਹੀਂ ਪਾ ਸਕਦਾ। ਆਖੋ ਸਤਿਨਾਮ ਸ੍ਰੀ ਰੁਦਰ ਧਿਆਨ ਗਿਆਨ ਸਤਿਗੁਰ ਕੇ।
ਕਬ ਜਨ ਭਲ ਉਹਨਾਂ ਜੋ ਗਾਵੇ। ਕਹਿੰਦੇ ਹੋ ਤੇ ਨਹੀਂ ਸਕਦੀਆਂ ਇਹ ਗੱਲਾਂ, ਪਰ ਜੇ ਕੋਈ ਕਰ ਲਵੇ। ਆਖੋ ਸ੍ਰੀ ਵਾਹਿਗੁਰੂ। ਮੰਨ ਲਓ ਸਪੋਜ਼ ਕਰੋ ਜੇ ਕੋਈ ਬੱਦਲ ਦੀਆਂ ਬੂੰਦਾਂ ਗਿਣ ਲਵੇ, ਸਪੋਜ਼ ਕਰੋ ਜੇ ਕੋਈ ਗੰਗਾ ਦੀਆਂ ਲਹਿਰਾਂ ਗਿਣ ਲਵੇ, ਕੋਈ ਧਰਤੀ ਦੇ ਰੋਮ ਗਿਣ ਲਵੇ, ਕੋਈ ਸਮੁੰਦਰ ਦਾ ਪਾਣੀ ਮਿਣ ਲਵੇ, ਕੋਈ ਸ਼ਿਵ ਜੀ ਦੇ ਧਿਆਨ ਦਾ ਅੰਤ ਪਾ ਲਵੇ, ਗੁਰੂ ਦੇ ਗਿਆਨ ਦਾ ਵੀ ਅੰਤ ਪਾ ਲਵੇ, ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੀ ਉਪਮਾ ਤੋਏ ਬਣਿਆ। ਤੁਹਾਡੇ ਵਰਗਾ ਨਹੀਂ ਬਣ ਸਕਦਾ, ਤੁਹਾਡਾ ਅੰਤ ਨਹੀਂ ਪਾ ਸਕਦਾ, ਤੁਹਾਡੇ ਗੁਣਾਂ ਨੂੰ ਕੋਈ ਮਿਣ ਨਹੀਂ ਸਕਦਾ। ਐਸੇ ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਬਾਰੇ ਭੱਟਾਂ ਨੇ ਸਵਈਏ ਲਿਖੇ ਹਨ। ਇੱਕ ਦੋ ਸਵਈਆਂ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕਰਕੇ ਸਮਾਪਤੀ ਕਰਾਂਗੇ। ਆਓ ਮਨ ਬਿਰਤੀਆਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਪਿਆਰ ਵਿੱਚ ਆ ਕੇ ਆਖੀਏ ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸਹਿ। ਗੁਰ ਅਮਰਦਾਸ ਪਰਸੀਐ ਮੈਨੇ ਛੂਣਾ। ਕਹਿੰਦੇ ਨਾ ਦਰਸ਼ਨ ਤੇ ਪਰਸ਼ਨ, ਦਰਸ਼ਨ ਅੱਖਾਂ ਨਾਲ ਕੀਤੇ ਜਾਂਦੇ ਆ, ਪਰਸ਼ਨ ਹੱਥਾਂ ਨਾਲ ਚਰਨ ਛੂਏ ਜਾਂਦੇ ਆ। ਕਹਿੰਦੇ ਜੇ ਗੁਰੂ ਅਮਰਦਾਸ ਮਹਾਰਾਜ ਨੂੰ ਛੂਹ ਲੇ ਕੋਈ, ਛੂਹਣ ਦਾ ਮਤਲਬ ਇਹ ਨਹੀਂ ਵੀ ਹੱਥਾਂ ਨਾਲ ਹੀ ਛੂਹਣਾ, ਸੁਰਤੀ ਨਾਲ ਛੂਹ ਲਵੇ। ਆਖੋ ਸ੍ਰੀ ਵਾਹਿਗੁਰੂ। ਹੱਥਾਂ ਨਾਲ ਛੂਹਣਾ ਇੰਨਾ ਵੈਲਿਊ ਨਹੀਂ ਰੱਖਦਾ ਜਿੰਨਾ ਸੁਰਤੀ ਨਾਲ ਛੂਹਿਆ ਜਾਵੇ, ਧਿਆਨ ਨਾਲ ਛੂਹਿਆ ਜਾਵੇ। ਆਪਣੀ ਸੁਰਤੀ ਗੁਰੂ ਅਮਰਦਾਸ ਦੇ ਚਰਨਾਂ ਨਾਲ ਕੋਈ ਜੋੜ ਲਵੇ। ਗੁਰੂ ਅਮਰਦਾਸ ਪਰਸੀਐ ਕਹਿੰਦੇ ਜਿੱਥੇ ਜਿੱਥੇ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਪਏ ਨੇ, ਜਿੱਥੇ ਜਿੱਥੇ ਉਹਨਾਂ ਦੇ ਚਰਨ ਪਰਸੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਪੋਹਮ ਪਾਤਕ ਬਿਨਾਸੈ। ਭੂਮੀ ਪੰਜਾਬੀ ਚ ਭੂਮੀ ਕਹਿੰਦੇ ਆ, ਭੂਮੀ ਸਮਝਦੇ ਆ, ਪਰ ਸੰਸਕ੍ਰਿਤ ਸ਼ਬਦ ਹੈ ਭੂਮੀ। ਪੱਪੇ ਨੂੰ ਔਂਕੜ, ਹਾਹਾ, ਮੰਮੇ ਨੂੰ ਬਿਹਾਰੀ ਹੁੰਦੀ ਹੈ, ਸਿਹਾਰੀ ਵੀ ਹੁੰਦੀ ਹੈ। ਭੂਮੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਧਰਤੀ ਨੂੰ ਛੂਹ ਜਾਣ, ਜਿਹੜੀ ਧਰਤੀ ਦੇ ਚਰਨ ਪਾ ਦੇਣ, ਉਸ ਧਰਤੀ ਦੇ ਪੋਹਮ ਪਾਤਕ ਵਿਨਾਸ਼ ਹੈ, ਪਾਪ ਨਾਸ ਹੋ ਜਾਂਦੇ ਆ। ਉਸ ਧਰਤੀ ਦੇ ਪਾਪ, ਧਰਤੀ ਦੇ ਵੀ ਪਾਪ ਹੁੰਦੇ ਆ। ਆਖੋ ਸ੍ਰੀ ਵਾਹਿਗੁਰੂ। ਕੋਈ ਧਰਤੀ ਐਸੀ ਹੁੰਦੀ ਹੈ ਜਿੱਥੇ ਤੁਸੀਂ ਜਾਓ ਮਨ ਇੱਕਦਮ ਠੰਡਾ ਹੋ ਜਾਏਗਾ, ਮਨ ਸ਼ਾਂਤ ਹੋ ਜਾਏਗਾ, ਮਨ ਬੜਾ ਪ੍ਰਸੰਨ ਹੋਵੇਗਾ। ਕੋਈ ਧਰਤੀ ਐਸੀ ਹੁੰਦੀ ਹੈ ਜਿੱਥੇ ਪਾਪੀ ਲੋਕਾਂ ਨੇ ਇੰਨੇ ਪਾਪ ਕੀਤੇ ਨੇ, ਉੱਥੇ ਜਾ ਕੇ ਮਨ ਬੇਚੈਨ ਹੋ ਜਾਏਗਾ, ਪਰੇਸ਼ਾਨ ਹੋ ਜਾਏਗਾ, ਮਨ ਦੇ ਵਿੱਚ ਖਿਆਲ ਮਾੜੇ ਆਉਣੇ ਸ਼ੁਰੂ ਹੋ ਜਾਣਗੇ। ਧਰਤੀ ਦਾ ਬੜਾ ਅਸਰ ਹੁੰਦਾ ਹੈ। ਪਰ ਗੁਰੂ ਅਮਰਦਾਸ ਜਿਹੜੀ ਧਰਤੀ ਤੇ ਪੈਰ ਰੱਖ ਦੇਣ, ਜਿੱਥੇ ਉਹ ਆਪਣਾ ਚਰਨ ਪਾ ਦੇਣ, ਉਸ ਧਰਤੀ ਦੇ ਪਾਪ ਬਿਨਸ ਜਾਂਦੇ ਆ। ਜਿਹੜੀ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਜਿੱਥੇ ਪਾਤਸ਼ਾਹ ਨੇ ਚਰਨ ਪਾਏ ਨੇ, ਇਹਦਾ ਕੀ ਇਤਿਹਾਸ ਹੈ ਭਲਾ? ਇਹ ਵੀ ਪਾਪਾਂ ਦੀ ਧਰਤੀ ਸੀ। ਇੱਥੇ ਭੂਤ ਪ੍ਰੇਤ ਜਿੰਨ ਬਤਾਲ ਮਾੜੀਆਂ ਰੂਹਾਂ ਰਹਿੰਦੀਆਂ ਸਨ। ਜਿਹੜੀਆਂ ਰੂਹਾਂ ਦੀ ਗਤੀ ਨਹੀਂ ਸੀ ਹੋਈ, ਉਹ ਰੂਹਾਂ ਇੱਥੇ ਰਹਿੰਦੀਆਂ ਸਨ। ਪ੍ਰੇਤ ਆਤਮਾਵਾਂ ਇੱਥੇ ਰਹਿੰਦੀਆਂ ਸਨ। ਮਾੜੀਆਂ ਰੂਹਾਂ ਤੋਂ ਤੰਗ ਆ ਕੇ ਗੋਂਦਾ ਖੱਤਰੀ ਇਸ ਧਰਤੀ ਦਾ ਮਾਲਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਲ, ਗੁਰੂ ਅੰਗਦ ਦੇਵ ਸਾਹਿਬ ਜੀ ਕੋਲ ਖੰਡੂਰ ਸਾਹਿਬ ਪਹੁੰਚਿਆ, ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕਿਆ, ਕਹਿਣ ਲੱਗਾ ਗਰੀਬ ਨਵਾਜ ਪਾਤਸ਼ਾਹ ਮੈਂ ਬੜਾ ਦੁਖੀ ਹਾਂ, ਗੁਰੂ ਨਾਨਕ ਦੇ ਘਰ ਦੀ ਸੋਭਾ ਸੁਣ ਕੇ ਆਇਆ, ਜੇ ਤੁਸੀਂ ਕਿਰਪਾ ਕਰੋ ਮੇਰਾ ਦੁੱਖ ਦੂਰ ਕਰੋ। ਮੇਰੇ ਪਿੰਡ ਦੇ ਵਿੱਚ ਬੜੇ ਭੂਤ ਪ੍ਰੇਤ ਜਿੰਨ ਬਤਾਲ ਵੜ ਗਏ ਨੇ। ਮਹਾਰਾਜ ਮੇਰੀ ਧਰਤੀ ਬੜੀ ਬਦਨਸੀਬ ਧਰਤੀ ਹੈ, ਉੱਥੇ ਅਸੀਂ ਕੰਧਾਂ ਖੜੀਆਂ ਕਰਦੇ ਹਾਂ ਵੀ ਕੱਲ ਨੂੰ ਛੱਤ ਪਾਵਾਂਗੇ। ਰਾਤ ਨੂੰ ਮਾੜੀਆਂ ਰੂਹਾਂ ਭੂਤ ਪ੍ਰੇਤ ਜਿੰਨ ਬਤਾਲ ਆਉਂਦੇ ਨੇ, ਕਿਉਂਕਿ ਸਾਧ ਸੰਗਤ ਜੀ ਬਾਣੀ ਵਿੱਚ ਬਚਨ ਆਉਂਦਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਇੱਕ ਦੋ ਨਹੀਂ ਹਨ,
आ जिन्ने बंदे दुनिया दे तुरे फिरदे ने ना दो पैरां वाले, ਇਹਦੇ ਨਾਲੋਂ बहुत ज़्यादा गुप्त पर आत्मावां फिरदियां ने जिन्हां दी अजे मुक्ति नहीं हुई, ਜਿਹੜੀਆਂ ਨੂੰ ਥਾਂ ਟਿਕਾਣਾ नहीं मिलता, ਜਿਹੜੇ नाम नहीं जपदे, सिमरन नहीं करते, अपने मकानां कोठियां वाल ही वेखी जाते हैं भी आह मकान बड़ा वधिया मैं बनाया, इदों वड्डी कोठी होर बनानी है। वो कोठियां पांदे 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 जदों मर जाते हैं, मरन लग्या ध्यान कोठियां विच ही रह जाता है। फिर साहब जी कहते अंत काल जे मंदिर सिमरै, ऐसी चिंता मैं जे मरै, प्रेत जोन वल वल अवतरै। वो प्रेत आत्मा बन के भटकते रहते हैं, माड़ियां जूनां च पै जाते हैं। वो प्रेत मेरे पिंड च आ गए गुरु जी, जदों असीं कंधां खड़ियां करदे हां, कल नूं छत पावांगे, ਉਹ ਰਾਤ ਨੂੰ ਕੰਧਾਂ ਢਾਹ ਜਾਂਦੇ ਆ। ਕਿਸੇ ਦਾ ਮਾਲ ਡੰਗਰ ਸੁਖੀ ਨਹੀਂ ਰਹਿਣ ਦਿੰਦੇ, ਘਰ ਕਲੇਸ਼ ਪਿਆ ਹੁੰਦਾ ਹੈ, ਪਤੀ ਪਤਨੀ ਆਪਸ 'ਚ ਲੜੀ ਜਾਂਦੇ ਆ। ਸਾਡਾ ਪਿੰਡ ਵਸਣ 'ਚ ਨਹੀਂ ਆਉਂਦਾ। ਜੇ ਮਾੜੀ ਜਿਹੀ ਤਰੱਕੀ ਹੋਣ ਲੱਗਦੀ ਹੈ ਤੇ ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਗੋਂਦਿਆ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਅਸੀਂ ਜਿਹੜੀ ਗੱਲ ਪੁੱਛਾਂਗੇ ਸੱਚ ਦੱਸੀ, झूठ ना बोलनी। ये दस झूठी कसम पाई सी, झूठी सौं चुकी सी? कहता हाँ महाराज मैं झूठी कसम पाई सी। महाराज कहते दस किथे पाई सी, सच दस। कहता जी साडा जमीन का झगड़ा सी, भरावां दा शरीके दा, दो दावेदार सा, मैं भी सी दूजे भी सी। पार्टी दूजी पार्टी कहती जमीन साडी है, मैं कहना जमीन मेरी है। वड्डी अदालत विच मुकदमा चला गया, किसी नुकते नूं पुछया गया कसम पा के दसो, मैं क्या झूठी कसम पा के मैं अपना पक्ष पेश कर दिता, मैं मुकदमा जित गया, जमीन मेरी हो गई, पर झूठी कसम मैं पाई। महाराज कहते बस सारा पौड़ा उसे कसम ने पाया होया। ਜਿਹੜੀ ਤੂੰ ਝੂਠੀ ਕਸਮ ਪਾਈ ਹੈ ਨਾ, ਜਿੱਥੇ ਵੀ ਝੂਠ ਆ ਜਾਂਦਾ ਉੱਥੇ ਸੁੱਖ ਨਹੀਂ ਰਹਿੰਦਾ। ਤੇਰੇ ਘਰ 'ਚ ਇਹ ਜਿਹੜਾ ਵਿਘਨ ਪਿਆ ਤੇਰੀ ਝੂਠੀ ਕਸਮ, ਕਸਮ ਤੇ ਸੱਚੀ ਵੀ ਨਹੀਂ ਪਾਈ ਦੀ ਤੇ ਤੂੰ ਝੂਠੀ ਪਾ ਗਿਆ, ਬਹੁਤ ਮਾੜਾ ਕੀਤਾ। ਸਤਿਗੁਰੂ ਕਹਿਣ ਲੱਗੇ ਹੁਣ ਤੂੰ ਗੁਰੂ ਕੀ ਸ਼ਰਨ ਆਇਆ, ਹੁਣ ਤੇਰੇ ਮਸਲੇ ਦਾ ਹੱਲ ਕਰਾਂਗੇ। ਕਿਉਂਕਿ ਗੁਰੂ ਨਾਨਕ ਦਾ ਕੰਮ ਹੈ। ਸਾਧ ਸੰਗਤ ਜੀ, ਜਿਵੇਂ ਡਾਕਟਰ ਦੇ ਕੋਲ ਕੋਈ ਕਿਸੇ ਤਰ੍ਹਾਂ ਵੀ ਜਾਵੇ, ਉਹਨੇ ਮਲਮ ਪੱਟੀ ਕਰਨੀ, ਭਾਵੇਂ ਕੋਈ ਸਿਰ ਪੜਵਾ ਕੇ ਆਵੇ, ਭਾਵੇਂ ਪਾੜ ਕੇ ਆਵੇ, ਡਾਕਟਰ ਨੇ ਤਾਂ ਇਲਾਜ ਕਰਨਾ ਨਾ। ਗੁਰੂ ਨੇ ਤਾਂ ਪਾਪੀਆਂ ਦਾ, ਬੁਰਿਆਂ ਦਾ ਭਲਾ ਹੀ ਕਰਨਾ। ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਉਹ ਤੇ ਸਾਰੀ ਦੁਨੀਆ ਦਾ ਭਲਾ ਕਰਨ ਲਈ ਬੈਠੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਨੇ ਆਖਿਆ ਜਾਓ ਲੰਗਰ ਵਿੱਚੋਂ ਸਾਡੇ ਸੇਵਕ ਭਾਈ ਅਮਰਦਾਸ ਨੂੰ ਬੁਲਾ ਕੇ ਲਿਆਓ। ਉਦੋਂ ਗੁਰੂ ਨਹੀਂ ਸੀ ਬਣੇ ਤੀਸਰੇ ਪਾਤਸ਼ਾਹ, ਅਜੇ ਸੇਵਾ ਕਰਦੇ ਸਨ। ਬੁਲਾ ਕੇ ਕਹਿਣ ਲੱਗੇ ਪੁਰਖਾ ਆ ਸਾਡੇ ਹੱਥ ਦੀ ਛੜੀ ਲੈ ਜਾ, ਇਹ ਗੋਂਦੇ ਖੱਤਰੀ ਦੇ ਨਾਲ ਚਲਾ ਜਾ, ਤੇ ਜਿੱਧਰ ਜਾਓਗੇ ਨਾ ਤੁਸੀਂ, ਭੂਤ ਪ੍ਰੇਤ ਅੱਗੇ ਅੱਗੇ ਨੱਸਣਗੇ। ਕਿਉਂਕਿ ਸਾਧੂ ਦੀ ਕਮਾਈ ਨਾਮ ਜਪਣ ਵਾਲੇ ਦੀ, ਪਰਮੇਸ਼ਰ ਨਾਲ ਜੁੜ ਚੁੱਕੇ ਦੀ ਇੰਨੀ ਹੁੰਦੀ ਹੈ ਕਿ ਅਕਾਲ ਪੁਰਖ ਵੀ ਉਹਨਾਂ ਦੇ ਪਿੱਛੇ ਪਿੱਛੇ ਲੱਗਿਆ ਫਿਰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਜਿਨ੍ਹਾਂ ਦੇ ਪਿੱਛੇ ਰੱਬ ਲੱਗਾ ਫਿਰਦਾ, ਉਹਨਾਂ ਤੋਂ ਭੂਤ ਪ੍ਰੇਤ ਜਿੰਨ ਬਤਾਲ ਤਾਂ ਕੀ ਚੀਜ਼ ਨੇ ਜਿਹੜੇ ਨਹੀਂ ਨੱਸਣਗੇ। ਇਹ ਸਾਰੀਆਂ ਚੀਜ਼ਾਂ ਥੱਲੇ ਦੀਆਂ ਹਨ। ਬ੍ਰਹਮ ਗਿਆਨੀ ਮਹਾਂਪੁਰਸ਼ ਪਰਮੇਸ਼ਰ ਦਾ ਹੀ ਰੂਪ ਹੁੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਆਖਿਆ ਜਾਓ ਇਹਦੇ ਨਾਲ, ਇਹਦੇ ਦੁੱਖ ਦਲਿੱਦਰ ਕਲੇਸ਼ ਦੂਰ ਕਰ ਦਿਓ, ਇਹਦੀ ਨਗਰੀ ਚੋਂ ਮਾੜੀਆਂ ਰੂਹਾਂ ਦਾ ਖਾਤਮਾ ਕਰ ਦਿਓ, ਭਜਾ ਦਿਓ ਸਾਰਿਆਂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਗੁਰਦੇਵ ਦਾ ਹੁਕਮ ਮੰਨ ਕੇ ਆਏ। ਜਦੋਂ ਗੋਇੰਦਵਾਲ ਸਾਹਿਬ ਦੇ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਚਰਨ ਪਾਏ, ਸਾਰੀਆਂ ਮਾੜੀਆਂ ਰੂਹਾਂ ਉੱਥੋਂ ਚਲੀਆਂ ਗਈਆਂ। ਉੱਥੇ ਦਾ ਆਨੰਦ ਬਣ ਗਿਆ, ਸਵਰਗ ਬਣ ਗਿਆ। ਗੋਂਦਾ ਕਹਿਣ ਲੱਗਾ ਮਹਾਂਪੁਰਸ਼ੋ ਇੱਥੇ ਹੀ ਰਹੋ, ਇਹ ਜਗ੍ਹਾ ਛੱਡ ਕੇ ਨਾ ਜਾਓ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਲਾਇਆ ਵੀ ਤੁਸੀਂ ਉੱਥੇ ਹੀ ਆਪਣਾ ਪਰਿਵਾਰ ਸੱਦ ਲਓ, ਉੱਥੇ ਹੀ ਆਸਣ ਲਾ ਲਓ। ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਵੀ ਟਿਕ ਗਏ ਸਨ, ਪਰ ਅਸਲੀ ਪਿੰਡ ਜਿਹੜਾ ਸੀ ਮਹਾਰਾਜ ਦਾ ਉਹ ਬਾਸਰ ਕੇ ਸੀ।
बस के गिल्लां श्री ਅੰਮ੍ਰਿਤਸਰ साहब वाले पासे, छेटा साहब वाले पासे उधर है। पर जिहड़ा 22 साल गुरता गद्दी ते समा गुजारिया वो श्री गोइंदवाल साहब ही गुजारिया। गोइंदवाल साहब नूं सिੱਖੀ ਦਾ ਧੁਰਾ बनाया। 84 ਲੱਖ ਜੂਨਾਂ ਤੋਂ ਜੀਵ ਆਤਮਾ ਦਾ ਕਲਿਆਣ ਕਰਨ ਲਈ 84 ਪੌੜੀਆਂ ਦੀ ਬੌਲੀ ਸਾਹਿਬ ਉੱਥੇ ਤਿਆਰ ਕੀਤੀ ਹੈ। ਮਰਿਆਦਾ ਬੰਨੀ ਹੈ ਉਹਦੀ ਕਿ ਸਿੱਖ ਸ਼ਰਧਾ ਭਾਵਨਾ ਨਾਲ ਆਵੇ। ਗੁਰੂ ਪਾਤਸ਼ਾਹ ਦਾ ਬਚਨ ਹੈ ਤੇ ਇੱਕ ਵਾਰੀ ਇਸ਼ਨਾਨ ਕਰਕੇ ਇੱਕ ਪੌੜੀ ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰੇ, ਫਿਰ ਦੂਜਾ ਇਸ਼ਨਾਨ ਕਰਕੇ ਫਿਰ ਦੂਜੀ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰੇ। 84 ਪੌੜੀਆਂ ਤੇ ਜਪਜੀ ਸਾਹਿਬ ਦਾ ਪਾਠ ਕਰੇ, ਉਹਦੀ 84 ਕੱਟੀ ਜਾਵੇਗੀ। ਇਹ ਵਰ ਗੁਰੂ ਅਮਰਦਾਸ ਮਹਾਰਾਜ ਨੇ ਦਿੱਤਾ ਉਸ ਬੌਲੀ ਨੂੰ। ਜਿੱਥੇ ਬੌਲੀ ਤਿਆਰ ਕੀਤੀ ਉੱਥੇ ਗੋਇੰਦਵਾਲ ਸਾਹਿਬ ਦੇ ਵਿੱਚ ਮਰਿਆਦਾ ਬੰਨੀ ਵੀ ਲੰਗਰ ਗੁਰੂ का अटुट ਵਰਤੇਗਾ। ਜਿਹੜਾ ਵੀ ਲੰਗਰ ਛਕਣ ਗੁਰੂ ਦੇ ਦਰਸ਼ਨ ਕਰਨ ਆਵੇ ਪਹਿਲਾਂ ਲੰਗਰ ਛਕੇ, ਫਿਰ ਉਹਦੇ ਤੇ ਕਿਰਪਾ ਹੋਏਗੀ, ਉਹਨੂੰ ਦਰਸ਼ਨ ਹੋਣਗੇ। ਤੇ ਸਾਧ ਸੰਗਤ ਜੀ, ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਕੋਲ ਆਉਂਦੀਆਂ ਦਰਸ਼ਨ ਕਰਨ ਵਾਸਤੇ, ਪਹਿਲਾਂ ਲੰਗਰ ਛਕਦੀਆਂ, ਪਹਿਲੇ ਪੰਗਤ ਪਾਛੇ ਸੰਗਤ। ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਵੀ ਆਇਆ, ਗੁਰੂ ਕੇ ਲੰਗਰਾਂ 'ਚ ਪ੍ਰਸ਼ਾਦਾ ਛਕ ਕੇ ਬੜਾ ਨਿਹਾਲ ਹੋਇਆ। ਕਹਿਣ ਲੱਗਾ ਇੰਨੀ ਦੁਨੀਆ ਲੰਗਰ ਛਕ ਰਹੀ ਹੈ, ਖਰਚਾ ਕਿੱਥੋਂ ਚੱਲਦਾ? ਇੰਨੀ ਦੁਨੀਆ, ਇੰਨੀ ਸੰਗਤ ਲੰਗਰ ਛਕਦੀ ਹੈ, ਮਹਾਰਾਜ ਮੈਨੂੰ ਹੁਕਮ ਲਾਓ ਮੈਂ ਕੁਝ ਪਿੰਡ ਜਗੀਰ ਦੇ ਦਿਆਂ, ਗੁਰੂ का ਲੰਗਰ ਚੱਲਦਾ ਰਹੇ। ਮਹਾਰਾਜ ਕਹਿੰਦੇ ਇਹ ਲੰਗਰ ਤੇਰੀਆਂ ਜਗੀਰਾਂ ਨਾਲ ਨਹੀਂ ਚੱਲਣਾ, ਇਹ ਲੰਗਰ ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ 20 ਰੁਪਈਆਂ ਦਾ ਲੰਗਰ ਹੈ। ਤੋਟ ਨਾ ਆਵੇ ਵਧੋ ਜਾਈ, ਉਹਨਾਂ ਦੀ ਕਿਰਪਾ ਨਾਲ ਚੱਲਦਾ ਹੈ। ਇਹ ਪੈਸੇ ਨਾਲ, ਮਾਇਆ ਨਾਲ, ਜਗੀਰਾਂ ਜਾਇਦਾਦਾਂ ਨਾਲ ਨਹੀਂ ਚੱਲਦਾ। ਸੋ ਸੱਚੇ ਪਾਤਸ਼ਾਹ ਐਸੇ ਤਿਆਗੀ ਬੈਰਾਗੀ ਜਾਂ ਬਾਦਸ਼ਾਹ ਅਕਬਰ ਦੀ ਦਿੱਤੀ ਜਗੀਰ ਵੀ ਨਹੀਂ ਪ੍ਰਵਾਨ ਕਰਦੇ ਸੀ। ਫਿਰ ਉਹ ਕਹਿਣ ਲੱਗਾ ਮਹਾਰਾਜ ਤੁਸੀਂ ਜਗੀਰ ਲੰਗਰ ਵਾਸਤੇ ਨਹੀਂ ਲੈਂਦੇ, ਚਲੋ ਮੈਨੂੰ ਇੱਕ ਗੱਲ ਦੱਸੋ, ਮੈਂ ਤੁਹਾਡਾ ਪੁੱਤਰ ਆ, ਤੁਸੀਂ ਮੇਰੇ ਪਿਤਾ ਹੋ। ਮਹਾਰਾਜ ਕਹਿੰਦੇ ਤਾਂ ਠੀਕ ਹੈ ਤੇਰੀ ਗੱਲ, ਤੂੰ ਸਾਡਾ ਪੁੱਤਰ ਹੀ ਹੈ। ਕਹਿੰਦਾ ਜੇ ਮੈਂ ਤੁਹਾਡਾ ਪੁੱਤਰ ਹਾਂ ਤੇ ਬੀਬੀ ਭਾਨੀ ਜਿਹੜੀ ਹੈ ਮੇਰੀ ਭੈਣ ਲੱਗਦੀ ਹੈ, ਤੁਹਾਡੀ ਬੇਟੀ ਮੇਰੀ ਭੈਣ ਹੈ। ਮਹਾਰਾਜ ਕਹਿੰਦੇ ਠੀਕ ਹੈ। ਕਹਿੰਦਾ ਫਿਰ ਭਰਾ ਆਪਣੀ ਭੈਣ ਨੂੰ ਤਾਂ ਕੁਝ ਭੇਟਾ ਦੇ ਸਕਦਾ ਨਾ। ਇਸ ਤਰ੍ਹਾਂ ਇਹ ਜਿਹੜੀ ਬੀੜ ਬਾਬਾ ਬੁੱਢਾ ਸਾਹਿਬ ਵਾਲੀ ਜ਼ਮੀਨ ਹੈ, 12 ਪਿੰਡ ਵੀ ਲਿਖੇ ਨੇ, ਇਹ ਸਾਰੇ ਸਾਧ ਸੰਗਤ ਜੀ ਬੀਬੀ ਭਾਨੀ ਦੇ ਨਾਮ ਬਾਦਸ਼ਾਹ ਅਕਬਰ ਲਿਖਵਾ ਕੇ ਦੇ ਗਿਆ ਸੀ ਗੁਰੂ ਘਰ ਨੂੰ। ਮਹਾਰਾਜ ਗੁਰੂ ਅਮਰਦਾਸ ਐਸੇ ਤਿਆਗੀ ਬੈਰਾਗੀ ਸਤਿਗੁਰੂ ਸਨ ਕਿ ਸਾਲ ਦੇ ਵਿੱਚ 2 ਚੋਲੇ ਹੀ ਸਵਾਉਂਦੇ ਸਨ। ਇੱਕ ਧੋ ਲਿਆ, ਇੱਕ ਪਾ ਲਿਆ, ਤੀਜਾ ਕੱਪੜਾ ਨਹੀਂ ਰੱਖਦੇ ਸਨ। ਤੇ ਜਦੋਂ ਫਟ ਜਾਂਦੇ ਸੀ ਤਾਂ ਦੂਸਰੇ ਚੋਲੇ 2 ਸਵਾਉਂਦੇ ਸੀ ਖੱਦਰ ਦੇ। ਤੇ 1.5 ਗਜ ਦਾ ਸਿਰ ਤੇ ਭਰਨਾ ਹੁੰਦਾ ਸੀ, ਇੱਕ ਚੋਲਾ ਹੁੰਦਾ ਸੀ। ਕਿੱਲੀ ਦੇ ਨਾਲ ਫੜੇ ਹੋਏ ਸਾਰਾ ਦਿਨ ਸਿਮਰਨ ਕਰਦੇ ਰਹਿੰਦੇ, ਸਾਰੀ ਰਾਤ ਖੜ ਕੇ ਸਿਮਰਨ ਕਰੀ ਜਾਣਾ। ਸੰਗਤਾਂ ਦਰਸ਼ਨ ਕਰਨ ਆਉਂਦੀਆਂ। ਤੇ ਸਾਧ ਸੰਗਤ ਜੀ, ਇੱਕ ਪ੍ਰੇਮਾ ਨਾਮ ਦਾ ਕੋਹੜੀ ਸੀਗਾ, ਖੱਤਰੀ ਬਰਾਦਰੀ ਵਿੱਚੋਂ ਸੀ, ਉਹਨੂੰ ਕੋਹੜ ਹੋ ਗਿਆ ਸੀ ਤੇ ਕੋਹੜ ਨਾਲ ਹੱਥ ਪੈਰ ਗਲ ਗਏ, ਸਰੀਰ ਉਹਦਾ ਬਹੁਤ ਖਰਾਬ ਹੋ ਗਿਆ। ਤੇ ਕਿਤੋਂ ਪਤਾ ਲੱਗਾ ਗੁਰੂ ਕੀ ਮਹਿਮਾ ਸੁਣ ਕੇ ਗੋਇੰਦਵਾਲ ਸਾਹਿਬ ਆ ਗਿਆ ਜਿਹੜਦਾ ਖਿੜਦਾ। ਗੁਰੂ ਸਾਹਿਬ ਦੇ ਦਰਸ਼ਨ ਅਜੇ ਨਹੀਂ ਹੋਏ। ਜਿਹੜੀ ਚੁਬਾਰਾ ਸਾਹਿਬ ਤੋਂ ਬੌਲੀ ਸਾਹਿਬ ਵੱਲ ਗਲੀ ਜਾਂਦੀ ਹੈ, ਉਸ ਗਲੀ ਦੇ ਵਿੱਚ ਇੱਕ ਖੁੰਝੇ ਲੱਗ ਕੇ ਬੈਠ ਗਿਆ। ਸੰਗਤਾਂ ਬੌਲੀ 'ਚ ਇਸ਼ਨਾਨ ਕਰਕੇ ਚੁਬਾਰਾ ਸਾਹਿਬ ਦਰਸ਼ਨ ਕਰਨ ਆਉਂਦੀਆਂ। ਉਹਨਾਂ ਸੰਗਤਾਂ ਦੇ ਦਰਸ਼ਨ ਕਰਦਾ ਰਹਿੰਦਾ। ਦਰਸ਼ਨ ਕਰਦਿਆਂ ਮਨ 'ਚ ਹੋਰ ਪ੍ਰੇਮ ਪੈਦਾ ਹੋ ਗਿਆ। ਜਦੋਂ ਪ੍ਰੇਮ ਪੈਦਾ ਹੋ ਗਿਆ, ਸ਼ਰਧਾ ਪੈਦਾ ਹੋ ਗਈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਐਸੀ ਰੰਗਣ ਲੱਗੀ, ਐਸਾ ਰੰਗ ਚੜਿਆ ਵੀ ਉਹ ਉੱਚਾ ਗਾਣ ਲੱਗ ਪਿਆ। ਤੇ ਗਾਉਂਦਾ ਇੱਕੋ ਹੀ ਪੰਕਤੀ ਸੀ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ, ਗਿਆ ਕਛੋਟਾ ਲੱਦਾ ਮੇਰਾ, ਗਿਆ ਕਛੋਟਾ ਲੱਦਾ।
ਗਿਆ ਕਛੋਟਾ ਲੱਦਾ ਗਾਵੇ। यही गाना सिख सुनते हैरान जे होंदे ते उन्होंने पुछदे प्रेमिया की गाना है, ਇਹਦਾ मतलब की है। वो अगों बोलता नहीं, उच्ची उच्ची गाना शुरू कर दिंदा। गांदियां गांदियां कई घंटे गा के ना जदों बेसुध हो के डिग पैंदा सौ जांदा, जदों उठदा फिर गाण लग जांदा। महीना 2 महीना इसे तरह लंघ गया। सिखां ने एक दिन आखिया गरीब नवाज आप जी दे चुबारा साहब की सामणी गली दे विच एक कोड़ी बोरी विछा के बैठा है, ना किसी नाल बोलदा है ना किसी नूं दसदा है, ते बस एक गाना गांदा है। वो गांदा है बड़े उच्ची उच्ची गांदा है। ਉਹਦੇ गाने का सानू कोई पता नहीं की गांदा है, ਉਹਦੇ गाने दे अर्थ नहीं पता लगते, उसके गाने का मीनिंग नहीं पता लगता। गया कछोटा लदा मेरा गया कछोटा लदा, गया कछोटा लदा मेरा गया कछोटा लदा। गया कछोटा लदा मेरा गया कछोटा लदा, गया कछोटा लदा मेरा गया कछोटा लदा। गुरु अमरदास कहन लगे मैनू तां ओहदे गाण दी समझ आउंदी है, सानू आउंदी है। कहंदे समझ महाराज तुहानू समझ आउंदी है की गांदा वो सानू भी दसो। महाराज कहंदे वो कहंदा कछोटा कहंदे ने कच्छ दा पड़दा, कछहरा भी आपां कह दिंदे आ। कछहरा की करदा है, साडा पड़दा ही टकदा ना। कछोटे का मतलब है पड़दा। कछोटे का जब मीनिंग गहराई विच अर्थ लाओगे, अखरी अर्थ होर हुंदे ने ते उहदे भाव अर्थ होर हुंदे ने। आखो श्री वाहिगुरू। हुण कई बारी आपां अखरां दे अर्थां दे मगर लग जाइए तो गल समझ नहीं आउंदी। जिवें आपां पुछीए आखे जी गुरुद्वारा सिंह सभा काटरेट कित्थे है, वो कहंदे जी वो फलानी सड़क दे उत्ते है। इवें कहांगे ना आपां, रोड का नाम दस देंगे फलाने रोड के उत्ते है, पर जिहदा अखरी अर्थ करो नहीं बनना। सड़क के उत्ते तां कारां चलदियां ने, गड्डियां चलदियां, गुरुद्वारा उहदे उत्ते किवें बन गया? तां फिर उहदे अर्थ करना पैंदा भी किनारे दे उत्ते है, सड़क के उत्ते नहीं, सड़क के किनारे ते। जिवें आपां कहंदे आ भी ਉਹ लाल दौड़दा पिया, हुण लाल तां रंग है, लाल रंग तो दौड़ नहीं सकता, तो फिर सियाणे उहदा अर्थ कर लैणगे भी लाल रंग का घोड़ा दौड़ रहा है, ਜਾਂ लाल सिंह नां दा बंदा दौड़ रहा है। यही कहांगे ना, सीधे अर्थ नहीं बनते। कछोटे का अर्थ सीधा तो है कछहरा, पर जे उहदा जिथे वो गा रहा, जिहड़े अर्थां च वो गा रहा उत्थे उहदे अर्थां च है भी मेरा शरीर रूपी पड़दा, जिहड़ी स्किन सी ना वो कोढ़ दे नाल खराब हो चुकी सी, वो मेरी चमड़ी जिहड़ी सी ना वो वापस मिल गया मैनू पड़दा। सिख कहन लगे महाराज अजे तो वह कोढ़ ठीक नहीं होया, अजे तो उदा ही हथ पैर गले हुए ने, तो वह कहता मैनू लभ भी गया मिल भी गया। महाराज कहते उन्होंने विश्वास हो गया भी जेड़े घर च मैं आ गया इथों काम बनना ही बनना। आखो सतनाम श्री वाहिगुरू। जाके मन विश्वास प्रभ आया, तत् ज्ञान तिस मन प्रगटाया। भरोसा बड़ी बड़ी शक्ति है, ਉਹਦੇ अंदर विश्वास है भी ਜਿਹੜੇ घर च मैं आ गया गुरु अमरदास महाराज ये मैनू खाली नहीं मोड़नगे। सिखा ने आख्या गरीब नवाज जे ਉਹਦੇ मन च इन्ना भरोसा है, इन्ना विश्वास है, फिर ਉਹਦੇ ते किरपा करो, ਉਹਨੂੰ राजी करो। महाराज कहते चंगा फिर जाओ ਉਹਨੂੰ बौली साहब जी इशनान करा के ना ते ਉਹਦੇ सारे शरीर ਨੂੰ कपड़े नाल ढक के लियाओ, हत्थां तो पैरां तो सारा ਉਹਦਾ शरीर इदां चादर च लपेट लो जिवें पुराने जमाने विच लड़की नूं विआहना हुंदा सी ना ते दोहरा घुंड कढ दिंदे सी, हत्थ भी विच लुको लैंदे सी। ते हुण तां जमाना 20-30 साल तो बड़ा बदल गया। असीं देखिया भी कुड़ी नूं विचारी नूं रस्ता नहीं सी दिसदा, इन्ना दोहरा घुंड कढिया हुंदा सी पिंडां विच। ते महाराज कहंदे इदां ओहनूं घुंड जा कढ के लैके आओ। ओहनूं जाके बौली साहब इशनान कराया तो सारा शरीर उहदा ढक के गुरु साहब गुरु अमरदास साहब के सामने ले आंदा। महाराज ने उहदा घुंड जिहा चुकिया ते अपने नेत्र उहदे नेत्रां च पाते
कृपा कटाख अवलोकन कीनो, दास का दुख विदारियो। सारे ही दुख दलिद्र खत्म करते, सोने वर्गी काया करती। कहने लगे खड़ा हो जरा। वो जदों खलोता तो 6-6.5 फुट का लम्मा उच्चा सोहना जवान गभरू नौजवान, ते सच्चे पातशाह कहते प्रेमिया तेरा शरीर ते मुरारी वर्गा हो गया। तेरा शरीर मुरारी, मुरारी भगवान श्री कृष्ण जी महाराज नूं कृष्ण मुरारी कहने। उन्हां दा शरीर बड़ा सुंदर सी, रंग तां सांवला सी, पर उन्हां दे नैण नक्शे ਜਿਹੜੇ 32 ਲੱਛਣ ਕਹਿੰਦੇ ਸਰੀਰ 'ਚ ਹੁੰਦੇ ਆ ਨਾ, ਉਹਨਾਂ ਦੇ ਉਹ ਸਾਰੇ 16 ਕਲਾ 32 ਲੱਛਣ ਤੇ ਇਹ ਸਾਰੀਆਂ ਉਹਨਾਂ ਵਿੱਚ ਸ਼ਕਤੀਆਂ ਸਨ। ਉਹ ਤੇਰਾ ਸਰੀਰ ਤੇ ਉਹਨਾਂ ਵਰਗਾ ਹੋ ਗਿਆ, ਮੁਰਾਰੀ ਵਰਗਾ ਹੋ ਗਿਆ। ਤੇਰਾ ਨਾਮ ਮੁਰਾਰੀ ਰੱਖਦੇ ਹੀ ਹੈ। ਉਹ ਕਹਿੰਦਾ ਮਹਾਰਾਜ ਮਾਂ ਬਾਪ ਹੀ ਨਾਂ ਰੱਖਦੇ ਹੁੰਦੇ ਬੱਚੇ ਦਾ, ਤੁਸੀਂ ਹੁਣ ਮੇਰਾ ਮਾਂ ਬਾਪ ਸਭ ਕੁਛ, ਮੇਰਾ ਨਾਂ ਜੋ ਮਰਜ਼ੀ ਰੱਖ ਦਿਓ। महाराजा कहते प्रेमिया अज तो बाद तेरा नाम मुरारी। प्रेमे कोड़ी का नाम बदल के गुरु साहब जी ने मुरारी रख दिता। तो जदों मुरारी का नाम रख के उन्होंने वेख्या, कहने लगे तेरा विआह कर दईए। वो कहता जी मां प्यो ही करते होंगे। महाराज कहते भाई कोई सिखो आओ अपनी बेटी का रिश्ता दिओ। एक सिख सी कहने लगा महाराज मेरी लड़की मत्थो विआहण जोगी है, वो ये लड़ ला दिओ। महाराज ने मत्थो नाम की लड़की सी, ਉਹਦਾ ਦੋਵਾਂ ਦਾ ਉੱਥੇ ਵਿਆਹ ਕਰਤਾ। ਉਹਦੀ ਮਾਂ ਜਿਹੜੀ ਸੀ ਨਾ ਉਹ ਆਟਾ ਗੁੰਦੀ ਲੰਗਰ 'ਚ ਮੱਥੋ ਦੀ, ਉਹਨੂੰ ਕਿਸੇ ਨੇ ਦੱਸਿਆ ਨਹੀਂ ਤੇਰੀ ਕੁੜੀ ਦਾ ਤਾਂ ਗੁਰੂ ਸਾਹਿਬ ਨੇ ਵਿਆਹ ਉੱਥੇ ਉਹਦਾ ਕੋੜੀ ਬੈਠਾ ਸੀ ਨਾ ਗਲੀ ਦੇ ਵਿੱਚ ਉਹਦੇ ਨਾਲ ਕਰ ਦਿੱਤਾ। ਉਹਦਾ ਮਾਈ ਭੱਜੀ ਆਈ ਦੌੜੀ ਵੀ ਇਹ ਕੀ ਕਰਤਾ ਗੁਰੂ ਸਾਹਿਬ ਨੇ। ਅੱਗੇ ਆ ਕੇ ਵੇਖਿਆ ਤੇ ਉਹ ਬੜਾ ਸੋਹਣਾ ਸੁਨੱਖਾ ਰਾਜੀ ਬਾਜੀ ਜਵਾਨ ਖੜਾ। ਫਿਰ ਥੋੜੀ ਠਠੰਬਰ ਜੀ ਗਈ, ਕਹਿੰਦੀ ਮਹਾਰਾਜ ਚਲੋ ਠੀਕ ਤੇ ਤੁਸੀਂ ਇਹਨੂੰ ਕਰ ਦਿੱਤਾ, ਇਹਦਾ ਘਰ-ਬਾਰ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਕੋਈ ਪੁੱਛਿਆ ਨਹੀਂ ਕਿੱਥੋਂ ਦਾ ਹੈ, ਇਹਦੀ ਜਾਤ ਬਰਾਦਰੀ ਕੀ ਹੈ, ਇਹਦਾ ਮਹਾਰਾਜ ਮਾਂ ਪਿਓ ਕੌਣ, ਪਿੰਡ ਘਰ ਕਿੱਥੇ ਹੈ। ਗੁਰੂ ਅਮਰਦਾਸ ਕਹਿੰਦੇ ਇਹਦਾ ਪਿਓ ਵੀ ਮੈਂ, ਇਹਦੀ ਮਾਂ ਵੀ ਮੈਂ, ਇਹਦੀ ਜਾਤ ਵੀ ਮੈਂ, ਇਹਦਾ ਪਿੰਡ ਵੀ ਮੈਂ, ਇਹਦਾ ਘਰ ਵੀ, ਇਹਦਾ ਬਾਹਰ ਵੀ, ਇਹਦਾ ਲੋਕ ਵੀ ਮੈਂ, ਪਰਲੋਕ ਵੀ ਮੈਂ ਹੀ ਹਾਂ। ਆਖੋ ਸ੍ਰੀ ਵਾਹਿਗੁਰੂ। ਤੂੰ ਘਬਰਾ ਨਾ, तेरी लड़की मेरे घर ब्याही गई, तेरी लड़की का नाम पहला बोलिया जाएगा तो यदा बाद च बोलिया जाएगा। मत्थो मुरारी, मत्थो मुरारी की जोड़ी होगी। 22 मंजियां गुरु अमरदास साहब ने स्थापित कीतियां ना, उन्हां विचों एक मंजी है मत्थो मुरारी दी। रोहतक शहर दे विच दिल्ली दे कोल रोहतक है, उत्थे उन्हां दी गद्दी हुण भी चलती है। मत्थो मुरारी ਦੀ ਇਹ ਗੱਦੀ ਚੱਲੇਗੀ, ਸਿੱਖੀ ਦਾ ਪ੍ਰਚਾਰ ਕਰਨਗੇ, ਬਾਣੀ ਨਾਲ ਜੋੜਨਗੇ, ਪਹਿਲਾਂ ਤੇਰੀ ਨਾਂ ਲੜਕੀ ਦਾ ਨਾਂ ਬੋਲੇਗਾ। ਐਸੇ ਸੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਸਾਧ ਸੰਗਤ ਦੀ ਧਰਤੀ ਦੇ ਵੀ ਪਾਪ ਕੱਟ ਦਿੱਤੇ ਹਨ। ਗੁਰੂ ਅਮਰਦਾਸ ਪਰਸੀਐ ਸਿਧ ਸਾਧਕ ਆਸਾਸਹਿ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਮਿਲ ਗਏ ਹਨ, ਜਿਨ੍ਹਾਂ ਦੇ ਸਿਰ ਤੇ ਗੁਰੂ ਅਮਰਦਾਸ ਨੇ ਹੱਥ ਰੱਖ ਦਿੱਤਾ ਹੈ, ਉਹਨਾਂ ਬੰਦਿਆਂ ਤੋਂ ਸਿੱਧ ਸਾਧਕ ਵੀ ਆਸਾ ਕਰਦੇ ਵੀ ਸਾਡੇ ਕੰਮ ਸਵਾਰ ਦੇਣਗੇ। ਸਿੱਧ ਕਹਿੰਦੇ ਜਿਹੜਾ ਸਾਧ ਸੰਗਤ ਜੀ ਆਪਣੀ ਸਾਧਨਾ ਕਰਕੇ ਆਪਣੀ ਸਿੱਧੀ ਨੂੰ ਪਾ ਚੁੱਕਾ ਹੈ। ਸਾਧਕ ਕਹਿੰਦੇ ਨੇ ਜਿਹੜਾ ਅਜੇ ਸਾਧਨਾ ਕਰ ਰਿਹਾ ਹੈ, ਜਿਹੜਾ ਪੂਰਨ ਹੋ ਚੁੱਕਾ ਹੈ ਔਰ ਜਿਹੜਾ ਭਗਤੀ ਕਰ ਰਿਹਾ ਹੈ, ਦੋਵੇਂ ਹੀ ਗੁਰੂ ਦੇ ਸਿੱਖਾਂ ਤੋਂ ਆਸ ਰੱਖਦੇ ਹਨ। ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ। ਗੁਰੂ ਅਮਰਦਾਸ ਜੀ ਨੂੰ ਪਰਸਨ ਦੇ ਨਾਲ ਬ੍ਰਹਮ ਗਿਆਨ ਤੇ ਬ੍ਰਹਮ ਧਿਆਨ ਦੀ ਪ੍ਰਾਪਤੀ ਹੁੰਦੀ ਹੈ। ਪਉ ਪ੍ਰਾਪਤੀ ਹੁੰਦੀ ਹੈ ਮੁਕਹਿ, ਮੁਕਤੀ ਦੀ, ਮੁਕਤੀ ਮਿਲ ਜਾਂਦੀ ਹੈ ਤੇ ਪੈਂਡੇ ਸਾਰੇ ਮੁੱਕ ਜਾਂਦੇ ਹਨ, ਸਫ਼ਰ ਪੂਰਾ ਹੋ ਜਾਂਦਾ, ਯਾਤਰਾ ਸਫਲੀ ਹੋ ਜਾਂਦੀ ਹੈ। ਗੁਰੂ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁਕਹਿ। ਗੁਰੂ ਅਮਰਦਾਸ ਜੀ ਨੂੰ ਮਿਲਣ ਨਾਲ, ਗੁਰੂ ਅਮਰਦਾਸ ਜੀ ਦਾ ਸਿੱਖ ਬਣਨ ਨਾਲ ਅਭਾਉ ਲੱਭੈ, ਨਿਰਭੈ ਅਵਸਥਾ ਲੱਭ ਜਾਂਦੀ। ਆਪਾਂ ਸਾਰੇ ਸਾਧ ਸੰਗਤ ਜੀ ਇੱਕ ਚੀਜ਼ ਲੱਭਦੇ ਹਾਂ, ਇੱਕੋ ਹੀ ਚੀਜ਼ ਲੱਭਦੇ ਹਾਂ ਵੀ ਸਾਡਾ ਡਰ ਖਤਮ ਹੋ ਜਾਵੇ। ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਇਹੀ ਚਿੰਤਾ ਜਿਹੜੀ ਲੱਗੀ ਹੋਈ ਹੈ ਨਾ, ਇਹੀ ਡਰ ਬਣਿਆ ਹੋਇਆ ਨਾ, ਕਹਿੰਦੇ ਇਹ ਖਤਮ ਹੋ ਜਾਵੇ। ਕਿਵੇਂ ਹੋਏਗਾ? ਕਹਿੰਦੇ ਗੁਰੂ ਅਮਰਦਾਸ ਪਰਸੀਐ, ਗੁਰੂ ਅਮਰਦਾਸ ਦੇ ਸਿੱਖ ਬਣ ਜਾਓ, ਅਭਾਉ ਲੱਭੈ।
ਨਿਰਭਉ ਅਵਸਥਾ ਲੱਭ ਜੇਗੀ। ਗौ ਚੁੱਕਾ, ਕਿਸੇ ਦੀ ਪਰਵਾਹ ਨਹੀਂ। ਫਿਰ ਗौ ਜਿਹੜੀ ਹੈ ਨਾ ਖਤਮ ਹੋ ਜਾਏਗੀ, ਜਿਹੜੀ ਬੰਦੇ ਨੂੰ ਹਰ ਵੇਲੇ ਬਾਸ਼ਨਾ ਰਹਿੰਦੀ ਹੈ, ਜੇ ਮੈਂ ਫਲਾਣੇ ਬੰਦੇ ਨੂੰ ਫਤਿਹ ਨਾ ਬੁਲਾਈ ਤਾਂ ਮੇਰਾ ਆਹ ਕੰਮ ਨਹੀਂ ਬਣਨਾ, ਫਲਾਣੇ ਬੰਦੇ ਦੀ ਮੈਂ ਚਾਹ ਪਾਣੀ ਨਾ ਕੀਤੀ ਤੇ ਮੇਰਾ ਆਹ ਕੰਮ ਨਹੀਂ ਬਣਨਾ। ਫਿਰ ਕਹਿੰਦੇ ਗौ ਹੀ ਮੁੱਕ ਜਾਏਗੀ। ਗौ ਬਣਾਵੇ ਜੌਂ, ਪੰਜਾਬੀ ਦੀ ਕਹਾਵਤ ਹੈ, ਗौ ਬਣਾਵੇ ਜੌਂ। ਜਦੋਂ ਬੰਦੇ ਨੂੰ ਗौ ਹੁੰਦੀ ਹੈ ਨਾ, ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਕਈ ਵਾਰੀ। ਲੋੜ ਹੈ ਜਿਹੜੇ ਬੰਦੇ ਦਾ ਆਪਾਂ ਸਾਧ ਸੰਗਤ ਜੀ ਨਾਂ ਨਹੀਂ ਲੈਣਾ ਚਾਹੁੰਦੇ, ਉਹਦੇ ਅੱਗੇ ਹੱਥ ਜੋੜਨੇ ਪੈਂਦੇ ਆ ਵੀ ਸਾਨੂੰ ਲੋੜ ਹੈ। ਕਹਿੰਦੇ ਜੇ ਗौ ਹੀ ਨਾ ਹੋਵੇ, ਗौ ਹੀ ਨਾ ਹੋਵੇ, ਇੱਛਾ ਹੀ ਨਾ ਕੋਈ ਹੋਵੇ, ਤੇ ਫੇਰ ਕੀ ਕਿਸੇ ਦੇ ਕੋਲ ਕਾਹਨੂੰ ਜਾ ਕੇ ਤਰਲੇ ਕੱਢਣੇ ਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਮਿਲਣ ਨਾਲ ਇਹ ਸਾਰੀਆਂ ਜਿਹੜੀਆਂ ਗਊਆਂ ਹਨ ਖਤਮ ਹੋ ਜਾਂਦੀਆਂ ਹਨ। ਇੱਕ ਬਿਨ ਦੁਗਣ ਜੋ ਤਉ ਰਹੈ, ਜਾਸ ਮੰਤਰ ਮਾਨ ਵਹਿ ਲਹੈ। ਕਹਿੰਦੇ ਇੱਕ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਹੋਰ ਜਿਹੜਾ ਦੁਵੈਤ ਦਾ ਪਸਾਰਾ ਹੈ ਉਹ ਫਿਰ ਰਹਿ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਦੁਵੈਤ ਮਿਟ ਜਾਂਦੀ ਹੈ। ਜਿਸ ਦੇ ਸਮੰਤਰ ਨਾਲ ਵਾਹਿਗੁਰੂ 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 ਜਪਣ ਨਾਲ ਕਹਿੰਦੇ ਮਨੁੱਖਤਾ ਦੀ ਪ੍ਰਾਪਤੀ ਹੁੰਦੀ ਹੈ। ਮਾਨਵਹਿ ਲਹਿ, ਮਨੁੱਖ ਜਿਹੜੇ ਹਨ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਜਾਲਪ ਪਦਾਰਥ ਇਤੜੇ, ਜਾਲਪ ਜੀ ਕਹਿੰਦੇ ਇਸ ਤਰ੍ਹਾਂ ਦੇ ਪਦਾਰਥ, ਇਸ ਤਰ੍ਹਾਂ ਦੀਆਂ ਵਸਤੂਆਂ, ਇੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ। ਗੁਰ ਅਮਰਦਾਸ ਡਿਠਾ ਮਿਲੇ, ਗੁਰੂ ਅਮਰਦਾਸ ਜੀ ਨੂੰ ਦਰਸ਼ਨ ਕਰਨ ਨਾਲ, ਗੁਰੂ ਅਮਰਦਾਸ ਜੀ ਦੇ ਚਰਨ ਪਰਸਨ ਨਾਲ ਇੰਨਾ ਕੁਝ ਮਿਲਦਾ ਹੈ। ਸੋ ਖਾਲਸਾ ਜੀ, ਅੱਜ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ। ਉਹਨਾਂ ਦੇ ਸੰਬੰਧ ਵਿੱਚ ਕੁਝ ਕਿਹਾ ਨਹੀਂ ਜਾ ਸਕਦਾ। ਗੁਰੂ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜੀਵ ਦੇ ਨਾਲ ਕਛ ਕਹੀ ਨਾ ਜਾਈ, ਉਹ ਕਹੀ ਨਹੀਂ ਜਾ ਸਕਦੀ। ਬਹੁਤ ਬਹੁਤ ਧੰਨਵਾਦ। ਗੁਰੂ ਕੀਆਂ ਸੰਗਤਾਂ ਨੇ ਇੱਕ ਹਫ਼ਤੇ ਤੋਂ ਬਹੁਤ ਪਿਆਰ ਦਿੱਤਾ ਹੈ। ਗੁਰੂ ਘਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਹੈ। ਔਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ